ਡਿਪਿਊਟ ਉਹਨਾਂ ਨੇ ਕਿਸ ਪਰਪਸ ਲਈ ਕੀਤਾ ਕਿ ਜਿਵੇਂ ਬਾਬਾ ਜੀ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਨੇ ਵੀ ਇਹਨਾਂ ਦੇ ਉੱਪਰ ਫੇਰ ਇੱਕ ਵੱਡਾ ਬਰੂਟਲ ਅਟੈਕ ਕੀਤਾ ਜਾਵੇ। 17 ਮਈ ਨੂੰ ਲੁਧਿਆਣਾ ਜਿਹੜਾ ਕੈਨਲ ਦੇ ਕੋਲ ਇਹਨਾਂ ਨੇ ਜਿਹੜਾ ਉਹਦੇ ਤੇ ਬਰੂਟਲ ਅਟੈਕ ਕੀਤਾ, ਜਿਹਦੇ 'ਚ ਭਾਈ ਭੁਪਿੰਦਰ ਸਿੰਘ ਜਿਹੜੇ ਖਾਸੀ ਕਲਾਂ ਸੀਗੇ ਉਹਨਾਂ ਦਾ ਮਰਡਰ ਕੀਤਾ ਇਹਨਾਂ ਨੇ। ਤੇ ਭਾਈ ਸਾਹਿਬ ਦਾ ਤੁਸੀਂ ਇਹ ਕਹਿ ਲਓ ਕਿ ਆਪਣੀ ਉਹਨਾਂ ਦੀ ਜਿਹੜੀ ਜਾਨ ਸੀ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹਨਾਂ ਦੀ ਜਾਨ ਜਿਹੜੀ ਸੀ ਉਹ ਕਿਵੇਂ ਬਚੀ। ਅਸੀਂ ਕਰੋਨਾ ਦੀ ਵੀ ਵੇਟ ਹੁਣ ਨਹੀਂ ਕਰਨੀ, ਅਸੀਂ ਲੈ ਕੇ ਪੂਰੀ ਜਥੇਬੰਦੀ ਪੂਰੀ ਲਾਮਬੰਦੀ ਕਰਕੇ ਅਸੀਂ ਉੱਥੇ ਜਾ ਕੇ ਪਰਮੇਸ਼ਵਰ ਦੁਆਰ ਜਾ ਕੇ ਉਹਨਾਂ ਦਾ ਘਰਾਓ ਵੀ ਕਰਨਾ ਹੈ। ਉਹ ਕਹਿੰਦੇ ਜਿਹੜੇ ਤਰੀਕੇ ਨਾਲ ਜਿਹੜੀਆਂ ਸਾਨੂੰ ਗੋਲੀਆਂ ਵੱਜਣਗੀਆਂ ਸਾਨੂੰ ਵੱਜਣਗੀਆਂ, ਜੋ ਕੁਝ ਸਾਡੇ ਕੋਲ ਸਰੇ ਪੁੱਜੇਗਾ ਅਸੀਂ ਕਰਾਂਗੇ। ਸਿਕਿਉਰਿਟੀ ਦੇ ਉੱਪਰ ਇੱਕ ਵੱਡਾ ਨਿਸ਼ਾਨੀ ਦੇਖੋ, ਮੈਂ ਡੀਜੀਪੀ ਸਾਹਿਬ ਨੂੰ ਪਰਸਨਲ ਟਾਈਮ ਲਿਆ, ਮੈਂ ਕਿਹਾ ਡੀਜੀਪੀ ਸਾਹਿਬ ਇਹ ਤੁਹਾਡੇ ਆਫਿਸ 'ਚੋਂ ਹੋਈ ਏ, ਇਹ ਭਾਈ ਸਾਹਿਬ ਦੇ ਬਾਰੇ ਗਲਤ ਸ਼ਬਦਾਵਲੀ ਇਹ ਬੰਦੇ ਯੂਜ਼ ਕਰਦੇ ਸੀ, ਕੁਝ ਗਲਤ ਬੋਲਦੇ ਸੀਗੇ, ਗਲਤ ਲਿਖਦੇ ਸੀਗੇ, ਉਹਦੇ ਵਿੱਚ ਕੋਈ 8 10 15 ਬੰਦੇ ਸੀਗੇ, ਅਸੀਂ ਸਾਰਿਆਂ ਦਾ ਲਾਇਆ। ਇੱਕ ਨਿਹੰਗ ਜਥੇਬੰਦੀ ਜਿਨ੍ਹਾਂ ਨੇ ਓਪਨਲੀ, ਇੱਕ ਨਿਹੰਗ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਅਸੀਂ ਬੋਰੀ ਦੇ ਵਿੱਚ ਪਾ ਕੇ ਤੇ ਇਦਾਂ ਬੜੀ ਗਲਤ ਸ਼ਬਦਾਵਲੀ ਉਹਨਾਂ ਨੇ ਯੂਜ਼ ਕੀਤੀ, ਤੁਹਾਡੇ ਧਿਆਨ 'ਚ ਇਸ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਹੁਣ ਇਹਨਾਂ ਨੂੰ ਘੱਟੋ ਘੱਟ ਪੈਰਾ ਮਿਲਟਰੀ ਫੋਰਸਿਸ ਸਖਤ ਸੁਰੱਖਿਆ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਆਈਬੀ ਦਾ ਇਸ ਸੰਬੰਧੀ ਅਲਰਟ ਵੀ ਆਇਆ ਤੇ ਇਸ ਵੇਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਿੱਜੀ ਵਕੀਲ ਘੁੰਮਣ ਬ੍ਰਦਰਜ਼ ਸਾਡੇ ਨਾਲ ਨੇ, ਉਹਨਾਂ ਤੋਂ ਹੀ ਜਾਣਾਂਗੇ ਕਿ ਕੀ ਕੁਝ ਧਮਕੀਆਂ ਮਿਲੀਆਂ ਨੇ, ਕਿਸ ਦੇ ਵੱਲੋਂ ਧਮਕੀਆਂ ਮਿਲੀਆਂ ਨੇ, ਆਈਬੀ ਦਾ ਅਲਰਟ ਕੀ ਹੈ, ਕਾਰਨ ਕੀ ਨੇ ਤੇ ਅੱਗੇ ਕੀ ਕੁਝ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਘੁੰਮਣ ਸਾਹਿਬ ਦੱਸਿਆ ਜਾ ਰਿਹਾ ਹੈ ਕਿ ਆਈਬੀ ਦਾ ਇਨਪੁਟ ਆਇਆ, ਇਸ ਸੰਬੰਧੀ ਅਲਰਟ ਆਇਆ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਧਮਕੀਆਂ ਮਿਲੀਆਂ ਨੇ, ਕੀ ਕੁਝ ਹੈ ਉਹਦੇ ਵਿੱਚ, ਜਾਣਕਾਰੀ ਕੀ ਮਿਲ ਰਹੀ ਹੈ? ਮੈਂ ਇੱਥੇ ਸਭ ਤੋਂ ਪਹਿਲਾਂ ਰਣਵੀਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 31 ਮਈ 2020 ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ISI ਜਿਹੜੀ ਕਿ ਇੱਕ ਪਾਕਿਸਤਾਨ ਬੇਸਡ ਏਜੰਸੀ ਹੈ, ਉਹਨਾਂ ਨੇ ਲਸ਼ਕਰ, ਜੈਸ਼ ਏ ਮੁਹੰਮਦ, ਬੱਬਰ ਖਾਲਸਾ ਤੇ ਇੱਕ ਖਾਲਿਸਤਾਨ ਫੋਰਸ ਨੂੰ ਉਹਨਾਂ ਨੇ ਕੁਝ ਸੰਗਠਨਾਂ ਨੂੰ ਜਾਂ ਕੁਝ ਲੋਕਾਂ ਨੂੰ ਉਹਨਾਂ ਨੇ ਡਿਪਿਊਟ ਕੀਤਾ ਹੈ। ਡਿਪਿਊਟ ਉਹਨਾਂ ਨੇ ਕਿਸ ਪਰਪਸ ਲਈ ਕੀਤਾ ਕਿ ਜਿਵੇਂ ਬਾਬਾ ਜੀ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਨੇ ਵੀ ਇਹਨਾਂ ਦੇ ਉੱਪਰ ਫੇਰ ਇੱਕ ਵੱਡਾ ਬਰੂਟਲ ਅਟੈਕ ਕੀਤਾ ਜਾਵੇ। ਤੇ ਇਹਦੇ ਪਿੱਛੇ ਜਿਹੜਾ ਇੱਥੇ ਮੈਂ ਇੱਕ ਗੱਲ ਤੁਹਾਨੂੰ ਇੱਥੇ ਕਲੀਅਰ ਕਰ ਦੇਣੀ ਚਾਹੁੰਦਾ, ਇਹਦੇ ਪਿੱਛੇ ਜਿਹੜਾ ਇੱਕ ਮੋਟਿਵ ਹੈ ਉਹਨਾਂ ਦਾ ਉਹ ਇੱਕੋ ਹੀ ਹੈ ਕਿ ਓਨਲੀ ਫॉर ਦਾ ਪਰਪਸ ਟੂ ਡਿਸਟਰਬ ਦੀ ਪੀਸ ਐਂਡ ਹਾਰਮਨੀ ਆਫ ਆਵਰ ਸਟੇਟ। ਸੋ ਇਹ ਇੱਕ ਇਹਨੂੰ ਅਸੀਂ ਕੋਈ ਲਾਈਟ ਮੈਟਰ ਨਹੀਂ ਅਸੀਂ ਲੈ ਸਕਦੇ, ਇਹ ਇੱਕ ਬਹੁਤ ਸੈਂਸਿਟਿਵ ਮੈਟਰ ਹੈ। ਸੋ ਅਸੀਂ ਅੱਜ ਹੀ ਤੁਸੀਂ ਕਹ ਲਓ ਵੀ ਅਸੀਂ ਸਾਰੀ ਡਿਟੇਲਡ ਰਿਪਰੈਜ਼ੈਂਟੇਸ਼ਨ ਬਣਾ ਕੇ ਇਹਦੇ ਉੱਪਰ ਅਸੀਂ ਮਾਨਯੋਗ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰਾਈਮ ਮਿਨਿਸਟਰ ਸਾਹਿਬ, ਜਾਂ ਤੁਸੀਂ ਕਹ ਲਓ ਵੀ ਉਸ ਤੋਂ ਬਾਅਦ ਅਸੀਂ DGP ਸਾਹਿਬ ਪੰਜਾਬ, ਹੋਮ ਸੈਕਟਰੀ, ਤੇ ਉਸ ਤੋਂ ਇਲਾਵਾ ਅਸੀਂ ਪਰਸਨਲੀ ਅੱਜ IG ਜਿਹੜੇ ਇੱਥੇ ਆਪਣੇ ਪਟਿਆਲੇ ਸਰਦਾਰ ਜਤਿੰਦਰ ਸਿੰਘ ਔਲਖ ਸਾਹਿਬ ਲੱਗੇ ਨੇ, ਅੱਜ ਅਸੀਂ ਸਾਰਾ ਮੈਟਰ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ, ਕਿਉਂਕਿ ਇੱਥੇ ਅਸੀਂ ਇੱਕ ਚੀਜ਼ ਮੰਗ ਜ਼ਰੂਰ ਕਰਦੇ ਹਾਂ ਕਿ ਜੋ ਹੁਣ ਇਸ ਲੈਵਲ ਦਾ ਹਾਈ ਥ੍ਰੈਟ ਪਰਸੈਪਸ਼ਨ ਜਿਹੜਾ ਅਸੀਂ ਲੇਟੈਸਟਲੀ ਅਸੀਂ ਰਿਸੀਵ ਕੀਤਾ ਹੈ, ਵੀ ਉਹਦੇ ਤੇ ਅਸੀਂ ਇਹ ਚੀਜ਼ ਦੀ ਮੰਗ ਕਰਦੇ ਹਾਂ ਕਿ ਜੋ ਵੀ ਥ੍ਰੈਟ ਪਰਸੈਪਸ਼ਨ ਮੁਤਾਬਕ ਸਖਤ ਤੋਂ ਸਖਤ ਜਿਹੜੀ ਸੁਰੱਖਿਆ ਹੈ ਉਹ ਘੱਟੋ ਘੱਟ ਬਾਬਾ ਜੀ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦੇ ਨਾਲ ਇਹ ਜ਼ਰੂਰ ਤਾਇਨਾਤ ਕੀਤੀ ਜਾਵੇ। ਕਿੰਨਾ ਕੁ ਗੰਭੀਰ ਮੰਨਿਆ ਜਾਂਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਇਨਪੁਟਸ ਵੀ ਆਉਂਦੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਥ੍ਰੈਟਸ ਵੀ ਆਉਂਦੀਆਂ ਨੇ? ਕੀ ਸਿਰਫ ਇਹਨਾਂ ਨੂੰ ਗਿੱਦੜ ਭਬਕੀਆਂ ਸਮਝ ਲਿਆ ਜਾਵੇ ਜਾਂ ਇਹਨਾਂ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੁੰਦੀ ਹੈ? ਦੇਖੋ, ਮੈਂ ਇੱਥੇ ਇੱਕ ਚੀਜ਼ ਬੜੀ ਕਲੀਅਰ ਤੁਹਾਨੂੰ ਦੱਸਣੀ ਚਾਹੁੰਦਾ ਕਿ 2016 17 ਮਈ ਨੂੰ ਬਾਬਾ ਜੀ ਤੇ ਭਾਈ ਸਾਹਿਬ ਤੇ ਅਟੈਕ ਹੋਇਆ ਸੀ ਲੁਧਿਆਣੇ ਵਿਖੇ। ਉਸ ਅਟੈਕ ਤੋਂ ਜਿੱਥੋਂ ਤੱਕ ਮੈਨੂੰ ਮੇਰੀ ਹੈਗੀ ਹੈ ਮਤਲਬ ਤੁਸੀਂ ਨੌਲੇਜ ਕਹਿ ਲਓ, ਉਸ ਅਟੈਕ ਤੋਂ ਠੀਕ ਇੱਕ ਵੀਕ ਪਹਿਲਾਂ ਇਹਨਾਂ ਨੂੰ ਇਦਾਂ ਹੀ ਸੇਮ ਧਮਕੀਆਂ ਜਿਹੜੀਆਂ ਸੀ ਆਉਣੀਆਂ ਸ਼ੁਰੂ ਹੋ ਗਈਆਂ ਸੀ। 17 ਮਈ ਨੂੰ ਲੁਧਿਆਣਾ ਜਿਹੜਾ ਕੈਨਲ ਦੇ ਕੋਲ ਇਹਨਾਂ ਨੇ ਜਿਹੜਾ ਉਹਦੇ ਤੇ ਬਰੂਟਲ ਅਟੈਕ ਕੀਤਾ, ਜਿਹਦੇ 'ਚ ਭਾਈ ਭੁਪਿੰਦਰ ਸਿੰਘ ਜਿਹੜੇ ਖਾਸੀ ਕਲਾਂ ਸੀਗੇ ਉਹਨਾਂ ਦਾ ਮਰਡਰ ਕੀਤਾ ਇਹਨਾਂ ਨੇ। ਤੇ ਭਾਈ ਸਾਹਿਬ ਦਾ ਤੁਸੀਂ ਇਹ ਕਹਿ ਲਓ ਕਿ ਆਪਣੀ ਉਹਨਾਂ ਦੀ ਜਿਹੜੀ ਜਾਨ ਸੀ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਉਹਨਾਂ ਦੀ ਜਾਨ ਜਿਹੜੀ ਸੀ ਉਹ ਕਿਵੇਂ ਬਚੀ। ਮਤਲਬ ਉਦੋਂ ਵੀ ਪਹਿਲਾਂ ਧਮਕੀ ਆਈ, ਫਿਰ ਅਟੈਕ ਹੋਇਆ। ਸੋ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੁਝ ਟਾਈਮ ਬਾਅਦ, ਕਿਉਂਕਿ ਸਾਲ ਡੇਢ ਸਾਲ ਬਾਅਦ ਉਹਦਾ ਟ੍ਰਾਇਲ ਚੱਲ ਪਿਆ, ਸਾਲ ਡੇਢ ਸਾਲ ਦੇ ਵਕਵੇ ਬਾਅਦ ਲਾਸਟ ਮੇਕਾ 'ਚ 2018 ਦੀ ਗੱਲ ਹੈ ਜੀ, ਇੱਕ ਚਰਨਜੀਤ ਸਿੰਘ ਜੱਸੋਵਾਲ ਹੈ ਦਮਦਮੀ ਟਕਸਾਲ ਦਾ ਜਿਹੜਾ ਹੈਗਾ ਆਪਣੇ ਆਪ ਨੂੰ ਸਪੋਕਸਮੈਨ ਦੱਸਦੇ ਨੇ, ਉਹਨਾਂ ਨੇ ਮਹਿਤੇ ਚੌਂਕ ਵਿਖੇ ਇੱਕ ਓਪਨਲੀ ਇਹ ਕਹਿ ਦਿੱਤਾ ਸੀ ਕਿ ਮੈਂ 6 ਦੀਆਂ 6 ਗੋਲੀਆਂ ਜਿਹੜੀਆਂ ਨੇ, ਫਿਰ ਉਹਦੇ ਤੇ CM ਪੰਜਾਬ ਨੇ ਜਿਹੜੇ ਕੈਪਟਨ ਅਮਰਿੰਦਰ ਉਹਨਾਂ ਨੇ ਕਹਿ ਦਿੱਤਾ ਸੀ ਕਿ 6 ਦੀਆਂ 6 ਜਿਹੜੀਆਂ ਮੈਂ ਗੋਲੀਆਂ ਨੇ ਕਿ ਉਹ ਭਾਈ ਸਾਹਿਬ ਦੇ ਤੇ ਜਿਹੜੇ ਹੈਗੇ ਨੇ ਜਿਹੜੇ ਇਹਨਾਂ ਨੂੰ ਚਲਾ ਰਹੇ ਨੇ ਹਨਾ, ਭਾਈ ਸਾਹਿਬ ਨੂੰ ਸਿੱਧੀ ਧਮਕੀ ਉਹਨਾਂ ਨੇ ਦਿੱਤੀ ਕਿ ਮੈਂ 6 ਦੀਆਂ 6 ਗੋਲੀਆਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਆਰ ਪਾਰ ਕਰਾਂਗਾ।
ਠੀਕ ਹੈ ਜੀ। ਉਹਦੇ ਬਾਰੇ ਅਸੀਂ ਉਦੋਂ ਵੀ ਰਿਪਰੈਜ਼ੈਂਟੇਸ਼ਨਸ ਦਿੱਤੀਆਂ, ਸਰਕਾਰ ਨੇ, ਸੀਐਮ ਸਾਹਿਬ ਨੇ ਬੜਾ ਸਖਤੀ ਦੇ ਨਾਲ ਲਿਆ ਇਸ ਚੀਜ਼ ਨੂੰ। ਤੇ ਉਸ ਤੋਂ ਬਾਅਦ ਦੇਖੋ ਇਹ ਐਦਾਂ ਨਹੀਂ ਹੈਗਾ ਕਿ ਇੱਕ ਵਾਰੀ ਹੋ ਗਿਆ, ਦੋ ਵਾਰ। ਵੀ ਆਰ, ਤੁਸੀਂ ਕਹਿ ਲਓ ਕਿ ਲਿਵਿੰਗ ਇਨ ਅ ਡੈਮੋਕ੍ਰੈਟਿਕ ਕੰਟਰੀ, ਠੀਕ ਹੈ। ਇੱਥੇ ਅਸੀਂ ਵੀ ਆਰ ਨਾਟ ਐਕਸਪੈਕਟਿੰਗ ਕਿ ਐਦਾਂ ਦੀਆਂ ਸਿੱਧੇ ਤੌਰ ਦੇ ਉੱਪਰ ਧਮਕੀਆਂ ਮਿਲਣਗੀਆਂ। ਕੋਈ ਗਰਮ ਖਿਆਲੀਆਂ ਵੱਲੋਂ ਵੀ ਕੋਈ ਧਮਕੀ ਆਈਆਂ ਨੇ? ਦੇਖੋ, ਮੈਂ ਇੱਕ ਚੀਜ਼ ਤੁਹਾਨੂੰ ਇੱਥੇ ਕਹਿਣੀ ਚਾਹੁੰਦਾ ਕਿ ਜਿਹੜੇ ਗਰਮ ਖਿਆਲੀ ਨੇ, ਹੁਣੀ ਲੇਟੈਸਟਲੀ ਜੇ ਅਸੀਂ ਗੱਲ ਕਰ ਲਈਏ ਤਾਂ 31 ਮਈ ਨੂੰ ਇੱਕ ਬਲਦੇਵ ਸਿੰਘ ਯੂਕੇ ਤੋਂ ਨੇ, ਭਾਈ ਬਲਦੇਵ ਸਿੰਘ ਜੀ, ਮੇਰੇ ਕੋਲ 31 ਮਈ ਦੀ ਰਾਤ 10:30 11 ਵਜੇ ਮੈਨੂੰ ਉੱਥੋਂ ਭੁਪਿੰਦਰ ਸਿੰਘ ਬਰਾੜ, ਜਸਬੀਰ ਚਹਿਲ ਨੇ ਉੱਥੇ, ਉਹਨਾਂ ਤੋਂ ਮੇਰੇ ਕੋਲ ਇਨਫੋਰਮੇਸ਼ਨ ਆਈ ਜੀ ਕਿ ਆਹ ਲੇਟੈਸਟ ਤੁਹਾਨੂੰ ਧਮਕੀਆਂ ਆ ਰਹੀਆਂ ਨੇ। ਉਸ ਧਮਕੀ ਦੇ ਵਿੱਚ ਉਹ ਕਹਿ ਕੀ ਰਹੇ ਨੇ, ਉਹ ਇਹ ਕਹਿ ਰਹੇ ਨੇ ਕਿ ਜਿਹੜਾ ਉਹ ਮੈਟਰ ਆਪਣੀ ਅਕਾਲ ਤਖਤ ਸਾਹਿਬ ਤੇ ਤੁਸੀਂ ਕਹ ਲਓ ਵੀ ਜਥੇਦਾਰ ਸਾਹਿਬ ਦੇ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦੇ ਲਈ ਚੱਲ ਰਿਹਾ ਹੈ, ਉਸ ਮੈਟਰ ਦੇ ਲਈ ਉਹ ਕਹਿ ਰਹੇ ਨੇ ਕਿ ਜੀ ਸਾਡੇ ਮਨ ਦੇ ਵਿੱਚ ਉਹਨਾਂ ਦੇ ਲਈ ਬੜਾ, ਸਾਡੇ ਮਨ ਦੇ ਵਿੱਚ ਉਹਨਾਂ ਦੇ ਲਈ ਬੜਾ ਵਿਰੋਧ ਹੈ। ਸੋ ਅਸੀਂ, ਉਹ ਕਹਿੰਦੇ ਕਿ ਅਸੀਂ ਕਰੋਨਾ ਦੀ ਅਸੀਂ ਵੇਟ ਕਰ ਰਹੇ ਹਾਂ। ਸਪੈਸ਼ਲੀ ਉਹਨਾਂ ਨੇ, ਭਾਈ ਬਲਦੇਵ ਸਿੰਘ ਜੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਰੋਨਾ ਦੀ ਵੀ ਵੇਟ ਹੁਣ ਨਹੀਂ ਕਰਨੀ, ਅਸੀਂ ਲੈ ਕੇ ਪੂਰੀ ਜਥੇਬੰਦੀ, ਪੂਰੀ ਲਾਮਬੰਦੀ ਕਰਕੇ ਅਸੀਂ ਉੱਥੇ ਜਾ ਕੇ ਪਰਮੇਸ਼ਵਰ ਦੁਆਰ ਜਾ ਕੇ ਉਹਨਾਂ ਦਾ ਘਰਾਓ ਵੀ ਕਰਨਾ ਹੈ। ਉਹ ਕਹਿੰਦੇ ਜਿਹੜੇ ਤਰੀਕੇ ਨਾਲ ਜਿਹੜੀਆਂ ਸਾਨੂੰ ਗੋਲੀਆਂ ਵੱਜਣਗੀਆਂ, ਸਾਨੂੰ ਵੱਜਣਗੀਆਂ, ਜੋ ਕੁਝ ਸਾਡੇ ਕੋਲ ਸਰੇ ਪੁੱਜੇਗਾ ਅਸੀਂ ਕਰ ਦਾਂਗੇ। ਸੋ ਇਹ ਇੱਕ ਲੇਟੈਸਟ 31 ਮਈ ਆ ਹੁਣੀ ਪਰਸੋਂ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਜੀ, ਵੀ ਲੇਟੈਸਟ ਤੁਸੀਂ ਕਹੋ ਵੀ ਉਹਨਾਂ ਵੱਲੋਂ ਸਾਨੂੰ ਧਮਕੀ ਜਿਹੜੀ ਹੈ ਅਸੀਂ ਰਿਸੀਵ ਕੀਤੀ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਤੁਸੀਂ ਕਿਉਂਕਿ ਨਿੱਜੀ ਵਕੀਲ ਵੀ ਹੋ, ਤੇ ਉਹਨਾਂ ਦਾ ਇਸ ਸੰਬੰਧੀ ਕਹਿਣਾ ਕੀ ਆ? ਉਹ ਕੀ ਚਾਹੁੰਦੇ ਨੇ, ਉਹ ਕੀ ਕਹਿਣਾ ਚਾਹੁੰਦੇ ਨੇ? ਕਿਉਂਕਿ ਇਸ ਤਰ੍ਹਾਂ ਚਾਹੇ ਤੁਸੀਂ ਲਸ਼ਕਰੇ ਤਾਇਬਾ ਦੀ ਜਾਂ ਜੈਸ਼-ਏ ਮੁਹੰਮਦ ਦੀ, ਪਾਕਿਸਤਾਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੁਝ ਗਤੀਵਿਧੀਆਂ ਜਾਂ ਗਰਮ ਖਿਆਲੀਆਂ ਦੇ ਨਾਲ ਮਿਲ ਕੇ ਕੁਝ ਕਰਨ ਦੀ ਕੋਸ਼ਿਸ਼ ਹੈ, ਇਸ ਤਰ੍ਹਾਂ ਦੀ ਆਈਬੀ ਦਾ ਅਲਰਟ ਹੈ, ਤੇ ਹੁਣ ਉਹਨਾਂ ਦਾ ਕੀ ਕਹਿਣਾ ਇਸ ਤੇ? ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਆਪਣਾ ਇੱਕ ਲੀਗਲ ਐਸਪੈਕਟ ਆਪਣਾ ਮੈਂ ਇਹਦੇ ਵਿੱਚ ਰਣਬੀਰ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਾਂ ਦੇਖੋ, ਆਪਾਂ ਇੰਡੀਆ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਅਸੀਂ ਲੋਕ ਰਹਿ ਰਹੇ ਹਾਂ। ਆਰਟੀਕਲ 19 ਕਨਸਟੀਟਿਊਸ਼ਨ ਆਫ ਇੰਡੀਆ ਸਾਨੂੰ ਪ੍ਰੋਵਾਈਡ ਕਰਦਾ ਹੈ, ਪ੍ਰੋਵਾਈਡ ਕੀ ਕਰਦਾ ਹੈ? ਫਰੀडम ਟੂ ਰਾਈਟ ਆਫ ਫਰੀडम ਤੇ ਨਾਲ ਹੀ ਤੁਸੀਂ ਕਹਿ ਦੋ ਫਰੀडम ਆਫ ਸਪੀਚ। ਸੋ ਜੇਕਰ ਹਰੇਕ ਬੰਦੇ ਨੂੰ ਆਜ਼ਾਦੀ ਹੈ ਆਪਣੀ ਆਜ਼ਾਦ ਤਰੀਕੇ ਨਾਲ, ਆਪਣੇ ਜਿਹੜੇ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਨੇ, ਅਸੀਂ ਉਹਨਾਂ ਦੇ ਅਸੀਂ ਲੀਗਲ ਅਸੀਂ ਦੋਵੇਂ ਜਣੇ ਅਸੀਂ ਕਵਰ ਕਰਦੇ ਹਾਂ। ਪਰ ਮੈਂ ਇਹ ਚੀਜ਼ ਮੈਂ ਇੱਥੇ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਮਾਧਿਅਮ ਦੇ ਰਾਹੀਂ ਕਿ ਆਰਟੀਕਲ 19 ਦੇ ਮੁਤਾਬਕ ਉਹਨਾਂ ਦੇ ਕੋਲ ਇੱਕ ਰਾਈਟ ਹੈ ਆਪਣੀ ਗੱਲ ਕਹਿਣ ਦਾ। ਪਰ ਘੁੰਮਣ ਸਾਹਿਬ, ਸਿਕਿਉਰਿਟੀ ਤਾਂ ਪਹਿਲਾਂ ਵੀ ਮਿਲੀ ਹੈ ਨਾ ਢੱਡਰੀਆਂ ਵਾਲਿਆਂ ਹੋਰਾਂ ਨੂੰ, ਪਹਿਲਾਂ ਵੀ ਹੈ ਸਿਕਿਉਰਿਟੀ ਤਾਂ ਉਹਨਾਂ ਕੋਲੇ। ਦੇਖੋ, ਸਿਕਿਉਰਿਟੀ ਕਵਰ ਨੋਟ ਜਿਹੜਾ ਸੀ, ਇੱਥੇ ਮੈਂ ਤੁਹਾਨੂੰ ਇਸ ਚੈਨਲ ਥਰੂ ਇਹ ਵੀ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਕਿ ਕਦੀ ਬਾਬਾ ਜੀ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਆਂ ਨੇ ਕਦੀ ਸਿਕਿਉਰਿਟੀ ਨਹੀਂ ਮੰਗੀ। 2016 ਦੇ ਵਿੱਚ ਜਦੋਂ ਸਾਡੀ ਪ੍ਰੀਵੀਅਸ ਗਵਰਨਮੈਂਟ ਅਕਾਲੀ ਦਲ ਦੀ ਗਵਰਨਮੈਂਟ ਸੀਗੀ, ਤਾਂ ਉਸ ਟਾਈਮ ਸੋ ਮੋਟੋਲੀ ਸਾਡੇ ਇੱਕ ਲਫ਼ਜ਼ ਸਾਡੇ ਵਰਤਿਆ ਜਾਂਦਾ, ਸੋ ਮੋਟੋਲੀ ਡੀਜੀਪੀ ਪੰਜਾਬ ਉਸ ਟਾਈਮ ਸੁਰੇਸ਼ ਅਰੋੜਾ ਸਾਹਿਬ ਸੀਗੇ, ਸੀਐਮ ਸਾਹਿਬ ਸਾਡੇ ਬਾਦਲ ਸਾਹਿਬ ਸੀਗੇ, ਉਦੋਂ ਵੀ ਸਿਕਿਉਰਿਟੀ ਕਵਰ ਨੋਟ ਜਿਹੜਾ ਸੀ ਉਹ ਸੋ ਮੋਟੋਲੀ ਆਪ ਇਹਨਾਂ ਨੂੰ ਦਿੱਤਾ ਗਿਆ ਸੀ, ਕਿਉਂਕਿ ਉਦੋਂ ਜਿਹੜਾ ਹਰਨਾਮ ਸਿੰਘ ਧੂਮਾ ਵਗੈਰਾ ਜਿਹੜਾ ਉਹ ਟੈਕ ਸ਼ਬੀਲ ਮੈਟਰ ਹੋਇਆ ਸੀ, ਸੋ ਉਹਦੇ ਵਿੱਚ ਇਹਨਾਂ ਨੇ ਸਿਕਿਉਰਿਟੀ ਕਵਰ ਨੋਟ ਦਿਸ ਇਜ਼ ਦੀ ਐਡਮਿਟਡ ਫੈਕਟ ਦੇਤਾ ਸੀ। ਪਰ ਹੁਣ ਜਿਹੜੇ ਅੱਜ ਦੇ ਹਾਲਾਤ ਨੇ, ਅੱਜ ਦੇ ਹਾਲਾਤ ਜੋ ਬਣੇ ਨੇ, ਇਹਦੇ ਮੁਤਾਬਕ ਇਹ ਹੈ ਕਿ ਜਦੋਂ ਹੁਣ ਸਾਨੂੰ ਇਸ ਲੈਵਲ ਦੀਆਂ ਸਾਨੂੰ ਏਜੰਸੀਜ਼ ਟਾਰਗੇਟ ਕਰ ਰਹੀਆਂ ਨੇ, ਤਾਂ ਹੁਣ ਸਾਡੀ ਮੰਗ ਇਸ ਰਿਪਰੈਜ਼ੈਂਟੇਸ਼ਨ ਦੇ ਰਾਹੀਂ ਇਹ ਹੈ ਕਿ ਜਿਹੜੇ ਹੁਣ ਲੇਟੈਸਟ ਥ੍ਰੈਟਸ ਆ ਰਹੇ ਨੇ, ਇਹਦੇ ਮੁਤਾਬਕ ਜਿਹੜੇ ਇੱਕ ਚੰਗੇ ਵੈਪਨਸ ਕਹਿ ਲਓ ਤੁਸੀਂ, ਜਾਂ ਜਿਹੜੀ ਇੱਕ ਕਮਾਂਡੋ ਫੋਰਸ ਆਪਾਂ ਕਹਿ ਲਈਏ, ਕਿਉਂਕਿ ਜਿਹੜੀ ਇਹਨਾਂ ਨੇ ਡਿਪਿਊਟ ਕੀਤੀ ਹੈ ਜੀ, ਉਹ ਲੋਕਲ ਜਿਹੜੀ ਤੁਸੀਂ ਸਾਡੀ ਉੱਥੋਂ ਪਟਿਆਲਾ ਬੇਸਡ ਸਾਡੀ ਪੁਲਿਸ ਇਹਨਾਂ ਨੇ ਡਿਪਿਊਟ ਕੀਤੀ ਹੈ। ਪਰ ਜਿਵੇਂ ਹੁਣ ਇਹਨਾਂ ਨੇ ਹੁਣੀ ਥ੍ਰੈਟ ਪਾਇਆ ਜਿਹੜਾ ਲੇਟੈਸਟ ਇਹਨਾਂ ਨੇ ਰਿਸੀਵ ਅਸੀਂ ਕੀਤਾ ISI ਵਾਲਿਆਂ ਦਾ, ਉਹਦੇ 'ਚ ਜਿਵੇਂ ਥ੍ਰੈਟ ਦੇ ਵਿੱਚ ਮੈਂ ਇੱਥੇ ਤੁਹਾਡੇ ਜਾਣਕਾਰੀ ਦੇ ਦੇਣੀ ਚਾਹੁੰਦਾ ਵੀ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਵੱਡੇ ਬਾਦਲ ਸਾਹਿਬ ਦਾ ਵੀ ਨਾਮ ਹੈ। ਘੁੰਮਣ ਸਾਹਿਬ, ਸਵਾਲ ਇਹ ਹੈ ਕਿ ਸਿਕਿਉਰਿਟੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮਿਲੀ ਹੋਈ ਹੈ, ਤੇ ਹੁਣ ਜਿਹੜੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਨੇ, ਤੇ ਕੁਝ ਹੋਰ ਨਾਮ ਵੀ ਸਾਹਮਣੇ ਆਏ ਨੇ ਆਈਬੀ ਦੀ ਇਨਪੁਟ ਦੇ ਵਿੱਚ, ਜਾਂ ਸਿਰਫ ਸਪੈਸੀਫਿਕਲੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦਾ ਨਾਮ ਹੈ? ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਉਹਦੇ 'ਚ ਜਿਹੜਾ ਉਹਨਾਂ ਨੇ ਮੈਂਸ਼ਨ ਕੀਤੀ ਹੈ, ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਰਿਸੀਵ ਕੀਤੀ ਹੈ ਜੀ, ਉਹਦੇ 'ਚ ਸਭ ਤੋਂ ਪਹਿਲਾਂ ਜਿਹੜਾ ਨਾਮ ਆਇਆ ਉਹ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਰਹੇ ਨੇ। ਦੂਜਾ ਨਾਮ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਸੀਗਾ, ਜਦੋਂ ਕਿ ਤੀਜਾ ਨਾਮ ਉਹਦੇ ਵਿੱਚ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਦਾ ਸੀਗਾ। ਸੋ ਇਹ ਹੈਗਾ ਵੀ ਉਹਨਾਂ ਤੋਂ ਇਲਾਵਾ ਦੋ ਨਾਮ ਵਿੱਚ ਤੁਸੀਂ ਕਹ ਲਓ ਵੀ ਇੱਕ ਮੁੱਖ ਮੰਤਰੀ ਪੰਜਾਬ, ਫਾਰਮਰ ਮੁੱਖ ਮੰਤਰੀ, ਤੇ ਇੱਕ ਤੁਸੀਂ ਕਹ ਲਓ ਵੀ ਡਿਪਟੀ ਸੀਐਮ ਜਿਹੜੇ ਨੇ ਪੰਜਾਬ, ਉਹਨਾਂ ਦਾ ਵੀ ਵਿੱਚ ਨਾਮ ਆਇਆ। ਠੀਕ ਹੈ, ਉਹਨਾਂ ਦੇ ਵਿੱਚ ਵੀ ਇਹ ਜਿਹੜੇ ਆਈਬੀ ਦੀ ਇਨਪੁਟ ਆਈ ਹੈ। ਅੱਛਾ, ਹੁਣ ਜਦੋਂ ਤੁਸੀਂ ਗੱਲ ਕਰਦੇ ਹੋ ਸਿਕਿਉਰਿਟੀ ਦੀ, ਤੇ ਜਿਹੜੀ ਸਾਬਕਾ ਸੀਐਮ ਜਾਂ ਸਾਬਕਾ ਡਿਪਟੀ ਸੀਐਮ ਕੋਲ ਸਿਕਿਉਰਿਟੀ ਹੈ, ਉਹਨਾਂ ਕੋਲ ਤਾਂ Z+ ਸਿਕਿਉਰਿਟੀ ਹੈਗੀ ਹੈ, ਤੇ ਭਾਈ ਰਣਜੀਤ ਸਿੰਘ ਹੋਰਾਂ ਕੋਲੇ ਕਿਹੜੇ ਕੈਟਾਗਰੀ ਦੀ ਸਿਕਿਉਰਿਟੀ ਹੈ? ਦੇਖੋ, ਇਹਨਾਂ ਨੂੰ ਕੈਟਾਗਰਾਈਜ਼ ਤਾਂ ਨਹੀਂ ਇਹਨਾਂ ਨੇ ਕੀਤਾ ਹੈਗਾ ਜੀ। ਇਹਨਾਂ ਦੇ ਕੋਲ ਤਾਂ ਤੁਸੀਂ ਕਹ ਲਓ ਕਿ ਇਹਨਾਂ ਨੇ ਡਿਪਿਊਟ ਜ਼ਰੂਰ ਉੱਥੋਂ ਸਾਡੀ ਜਿਹੜੀ ਲੋਕਲ ਜਿਹੜੀ ਪਟਿਆਲਾ ਪੁਲਿਸ ਉਹਨੂੰ ਡਿਪਿਊਟ ਕਰਤਾ ਸੀ। ਸੋ ਅਸੀਂ ਇਸ ਰਿਪਰੈਜ਼ੈਂਟੇਸ਼ਨ ਦੇ ਜ਼ਰੀਏ ਅਸੀਂ ਇਹੀ ਚੀਜ਼ ਅੱਜ ਅਸੀਂ ਮੰਗ ਵੀ ਅਸੀਂ ਕੀਤੀ ਹੈ ਕਿ ਸਾਨੂੰ ਜੋ ਹੁਣ ਪ੍ਰੈਜ਼ੈਂਟ ਸਿਨੈਰੀਓ ਸਾਡਾ ਚੱਲ ਰਿਹਾ, ਅਸੀਂ ਇਹ ਚੀਜ਼ ਦੀ ਮੰਗ ਕੀਤੀ ਹੈ ਕਿ ਸਾਨੂੰ ਇਹਦੇ ਵਿੱਚ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ,
ਅਸੀਂ ਇਹ ਮੰਗ ਕੀਤੀ ਹੈ ਵੀ ਉਹ ਡਿਪਿਊਟ ਕੀਤੀਆਂ ਜਾਣ, ਕਿਉਂਕਿ ਮੈਂ ਨੋ ਡਾਊਟ ਹੁਣ ਤੱਕ ਜਿਹੜੀ ਸਾਡੇ ਨਾਲ ਸਿਕਿਉਰਿਟੀ ਬਾਬਾ ਜੀ ਦੇ ਨਾਲ ਅਟੈਚ ਰਹੀ ਹੈ, ਉਹਨਾਂ ਨੇ ਹਰੇਕ ਚੀਜ਼ ਨੂੰ ਅੱਛੇ ਤਰੀਕੇ ਨਾਲ ਟੈਕਲ ਕੀਤਾ, ਉਹਨਾਂ ਨੇ ਪੂਰੀ ਉਹਨਾਂ ਨੂੰ ਪ੍ਰੋਟੈਕਸ਼ਨ ਵੀ ਪ੍ਰੋਵਾਈਡ ਕੀਤੀ ਹੈ। ਪਰ ਹੁਣ ਸਾਡੀ ਮੰਗ ਇਹ ਹੈ, ਕਿਉਂਕਿ ਹੁਣ ਜਿਹੜੇ ਹਾਲਾਤ ਬਣ ਰਹੇ ਨੇ, ਕਿਉਂਕਿ ਸਾਡੀ ਜਿਹੜੀ ਲੋਕਲ ਜਿਹੜੇ ਸਾਡੇ ਪੁਲਿਸ ਅਫੀਸ਼ੀਅਲਸ ਕਹ ਲਓ ਜਾਂ ਇੰਪਲੋਈਜ਼ ਜਿਹੜੇ ਬਾਬਾ ਜੀ ਨਾਲ ਡਿਪਿਊਟ ਕੀਤੇ ਨੇ, ਹੋ ਸਕਦਾ ਕਿਸੇ ਦਾ ਸਟੇਟ ਆਫ ਮਾਈਂਡ ਕਿਸ ਤਰੀਕੇ ਦਾ। ਸੋ ਇਹ ਕਈ ਸਵਾਲ ਨੇ, ਅਸੀਂ ਇਸ ਕਰਕੇ ਵੀ ਇਹਦੇ ਵਿੱਚ ਮੰਗ ਕਰਦੇ ਹਾਂ ਵੀ ਇੱਕ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਨੇ, ਕਿਉਂਕਿ ਉਹ ਅਨਦਰ ਸਟੇਟਸ ਦੇ ਲੋਕ ਹੋਣਗੇ, ਹੋ ਸਕਦਾ ਉਹਨਾਂ ਨੂੰ ਸਾਡੇ ਜਿਹੜੇ ਲੋਕਲ ਇੱਥੋਂ ਦੇ ਜਿਹੜੀ ਰਿਲੀਜੀਅਸ ਮੈਟਰ ਨੇ ਜਾਂ ਜਿਹੜੇ ਇੱਥੋਂ ਦੇ ਜਿਹੜੇ ਸਾਡੇ ਪੋਲੀਟੀਕਲ ਮੈਟਰਸ ਨੇ ਉਹ ਐਡੇ ਅਵੇਅਰ ਨਹੀਂ ਹੋਣਗੇ। ਸੋ ਅਸੀਂ ਇਹ ਇੱਥੇ ਮੰਗ ਕੀਤੀ ਹੈ ਕਿ ਸਾਨੂੰ ਪੈਰਾ ਮਿਲਟਰੀ ਫੋਰਸਿਸ ਦੇ ਰਾਹੀਂ ਸਾਨੂੰ ਇੱਕ ਸਿਕਿਉਰਿਟੀ ਕਵਰ ਨੋਟ ਪ੍ਰੋਵਾਈਡ ਕੀਤਾ ਜਾਵੇ। ਵੈਪਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਉਹ ਕਿਸ ਤਰ੍ਹਾਂ ਦੇ ਵੈਪਨਸ ਨੇ ਸਿਕਿਉਰਿਟੀ ਗਾਰਡਸ ਦੇ ਕੋਲ? ਉਹਨਾਂ ਦੇ ਕੋਲ ਤਾਂ ਜਿਹੜੇ ਨਾਰਮਲੀ ਇਹ ਯੂਜ਼ ਕਰਦੇ ਨੇ ਜੀ, ਜਿੱਦਾਂ ਤੁਸੀਂ ਇਹ ਕਹਿ ਲਓ ਕਿ ਕਾਰਬਨ ਜਿਹਨੂੰ ਆਪਾਂ ਬੋਲਦੇ ਹਾਂ, ਉਹ ਨੇ ਸਿਰਫ ਇੱਕ ਜਾਂ ਦੋ ਹੀ ਇਹਨਾਂ ਕੋਲ ਜਿਹੜੀਆਂ ਸਾਲਟ ਜਿਹਨੂੰ AK-47 ਬੋਲਦੇ ਆ। ਬਾਬਾ ਜੀ ਦੀ ਆਪਣੀ ਸਿਕਿਉਰਿਟੀ ਵੀ ਰੱਖੀ ਹੈ? ਬਾਬਾ ਜੀ ਦੇ ਕੋਲ ਆਪਣੇ ਵੀ ਕੋਈ 5-7 ਸਿੰਘਾਂ ਦੇ ਕੋਲ ਆਪਣੇ ਪਰਸਨਲੀ ਜਿਹੜੇ ਹੁੰਦੇ ਨੇ ਜੀ 32 ਬੋਰ ਦੇ ਪਿਸਟਲ ਨੇ ਉਹ ਪਾਏ ਹੋਏ ਨੇ। ਮੈਂ ਇੱਥੇ ਰਣਬੀਰ ਜੀ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਰੱਖਣੀ ਚਾਹੁੰਦਾ। ਇਹ ਦੇਖੋ ਰੂਟੀਨ ਬਣ ਚੁੱਕਿਆ ਧਮਕੀਆਂ ਦਾ, ਇਹਨਾਂ ਦਾ ਸਿਸਟਮ ਕੀ ਹੈ। ਦੇਖੋ ਮੈਂ ਇੱਕ ਚੀਜ਼ ਇੱਥੇ ਦੱਸਣੀ ਚਾਹੂੰਗਾ, 20/2/2020 ਨੂੰ ਹੁਣੀ 2-3 ਮਹੀਨੇ ਪਹਿਲਾਂ ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, ਇੱਕ ਨਿਹੰਗ ਜਥੇਬੰਦੀ ਜਿਨ੍ਹਾਂ ਨੇ ਓਪਨਲੀ, ਇੱਕ ਨਿਹੰਗ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਅਸੀਂ ਬੋਰੀ ਦੇ ਵਿੱਚ ਪਾ ਕੇ ਤੇ ਇਦਾਂ ਬੜੀ ਗਲਤ ਸ਼ਬਦਾਵਲੀ ਉਹਨਾਂ ਨੇ ਯੂਜ਼ ਕੀਤੀ, ਤੁਹਾਡੇ ਧਿਆਨ 'ਚ ਹੋਊਗੀ। ਉਸੇ ਦੌਰਾਨ ਹੀ ਅਮਰੀਕ ਸਿੰਘ ਅਜਨਾਲਾ ਸਾਹਿਬ ਨੇ ਇੱਕ ਜਿਹੜੇ ਮੇਖਲ 'ਚ ਦਮਦਮੀ ਟਕਸਾਲ ਦਾ ਇੱਕ ਉਹ ਵੀ ਮੇਖਲ 'ਚ ਅਜਨਾਲਾ ਕਰਕੇ ਚਲਾਉਂਦੇ ਨੇ, ਉਹਨਾਂ ਨੇ ਓਪਨਲੀ ਥ੍ਰੈਟ ਕੀਤਾ, ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਨੂੰ ਕੀਤਾ, ਈਵਨ ਉਹਨਾਂ ਨੇ CM ਪੰਜਾਬ ਨੂੰ ਵੀ ਓਪਨਲੀ ਉਹਨਾਂ ਨੇ ਥ੍ਰੈਟ ਕੀਤਾ ਸੀਗਾ, ਆਪਣੇ ਧਿਆਨ 'ਚ ਹੈ। ਅਸੀਂ ਉਹਦੀ ਡਿਟੇਲ ਰਿਪਰੈਜ਼ੈਂਟੇਸ਼ਨ ਦਿੱਤੀ, ਮੈਂ ADGP ਸ਼੍ਰੀਵਾਸਤਵਾ ਸਾਹਿਬ ਨੇ, ਠੀਕ ਹੈ, ਉਹਨਾਂ ਤੋਂ ਪਹਿਲਾਂ ਵਰਿੰਦਰ ਕੁਮਾਰ ਸੀਗੇ, DGP ਦਿਨਕਰ ਗੁਪਤਾ ਜੀ ਨੇ, ਅਸੀਂ ਪਰਸਨਲ ਮਿਲ ਕੇ ਉਹਨਾਂ ਤੋਂ ਟਾਈਮ ਲੈ ਕੇ ਮੈਂ ਸਾਰਾ ਮਾਮਲਾ ਉਹਨਾਂ ਦੇ ਧਿਆਨ 'ਚ ਲਿਆਂਦਾ। ਦੇਖੋ 20/2 ਦੀ ਉਹ ਅਸੀਂ ਦਿੱਤੀ ਹੋਈ ਏ, ਪਤਾ ਨਹੀਂ ਆਈ ਡੋਂਟ ਨੋ ਉਹਦੇ ਤੇ, ਚਲੋ ਮੈਂ ਸਮਝਦਾ ਪਿੱਛੇ ਵਿੱਚ ਜੇ ਕੋਵਿਡ ਦਾ ਵੀ ਆ ਗਿਆ, ਪਰ ਹਜੇ ਤੱਕ ਕਾਰਵਾਈ ਜਿਹੜੀ ਉਹਦੇ ਤੇ ਹੋਈ ਨਹੀਂ। ਦੇਖੋ ਇੱਕ ਮਤਲਬ ਰਿਪਰੈਜ਼ੈਂਟੇਸ਼ਨ ਤੁਸੀਂ ਕਾਫੀ ਵਾਰ ਦਿੱਤੇ ਨੇ ਉਹਨਾਂ ਨੂੰ, ਪਰ ਉਹਦੇ ਤੇ ਕਾਰਵਾਈ ਨਹੀਂ ਹੋਈ ਹੈਗੀ। ਦੇਖੋ ਅਸੀਂ ਕਈ ਵਾਰੀ ਦੇਖੋ ਜਿੱਦਾਂ ਵਾਹੀਕਲ ਦੀ ਗੱਲ ਆਉਂਦੀ ਹੈ, ਅਸੀਂ ਦੇਖੋ ਵਾਹੀਕਲ ਦਾ ਮੈਂ ਤੇ ਬ੍ਰਦਰ ਤੇ ਦੋਨੇ, ਇੱਕ ਭਿੰਦਰ ਬਰਾੜ ਜੀ ਨੇ ਨਾਲ, ਸੀਰਾ ਭਾਜੀ ਸਾਡੇ ਨਾਲ ਚੱਲਦੇ ਨੇ, ਅਸੀਂ ਜਾ ਕੇ ਬੇਨਤੀ ਕੀਤੀ ਕਿ ਦੇਖੋ ਇੱਕ ਜਿਹੜਾ ਗਵਰਨਮੈਂਟ ਅਫੀਸ਼ੀਅਲ ਜਿਹੜਾ ਵਾਹੀਕਲਸ ਹੁੰਦੇ ਨੇ ਉਹ ਤੁਸੀਂ ਕਾਈਂਡਲੀ ਪ੍ਰੋਵਾਈਡ ਕਰ ਦਿਓ, ਵਿਦ ਵੈਪਨਸ ਕਰ ਦਿਓ, ਪਰ ਉਹਨਾਂ ਦੀ ਹਰ ਵਾਰੀ ਜੀ ਇਹ ਮਾਰਕ ਕਰ ਦਿੰਦੇ ਆ ਆਪਾਂ ਅਸੈਸਮੈਂਟ 2-3 ਵਾਰੀ ਹੋ ਚੁੱਕੀ ਹੈ। ਨੋ ਡਾਊਟ ਦੇਖੋ ਸਿਕਿਉਰਿਟੀ ਜਿਹੜੀ ਹੈ ਇਹ ਇਕੱਲਾ ਇਹੀ ਨਹੀਂ ਕਿ ਭਾਈ ਰਣਜੀਤ ਸਿੰਘ ਜੀ ਢੱਡਨ, ਦੇਖੋ ਇਟਸ ਦੀ ਤੁਸੀਂ ਕਹਿ ਲਓ ਰਾਈਟ ਆਫ ਐਵਰੀ ਸਿਟੀਜ਼ਨ ਆਫ ਆਵਰ ਕੰਟਰੀ ਕਿ ਜੇਕਰ ਕੋਈ ਵੀ ਥ੍ਰੈਟ ਪ੍ਰੋਟੈਕਟੀ ਹੈਗਾ ਤਾਂ ਉਹਨੂੰ ਤੁਸੀਂ ਆਰਟੀਕਲ ਜਿਹੜਾ ਤੁਸੀਂ ਕਹਿ ਲਓ 21 ਹੈ ਉਹਦੇ ਥੱਲੇ ਕਨਸਟੀਟਿਊਸ਼ਨ ਤੋਂ ਤੁਸੀਂ ਪ੍ਰੋਵਾਈਡ ਕਰਨੀ ਹੈ। ਸੋ ਸਿਕਿਉਰਿਟੀ ਜਿਹੜੀ, ਮੈਂ ਇਸ ਚੀਜ਼ ਬਾਰੇ ਨਹੀਂ ਕਹਿ ਰਿਹਾ, ਸਿਕਿਉਰਿਟੀ ਆਲਰੇਡੀ ਪ੍ਰੋਵਾਈਡਡ ਸੀਗੀ, ਪਰ ਜੋ ਅੱਜ ਦੀ ਦੇਖੋ ਅੱਜ ਹੁਣ ਜੋ ਇੰਟੈਲੀਜੈਂਸ ਦੀਆਂ ਰਿਪੋਰਟਸ ਨੇ ਜਾਂ ਜਿਹੜੇ ਹੁਣ ਰੀਸੈਂਟ ਥ੍ਰੈਟਸ ਆ ਰਹੇ ਨੇ ਪਿੱਛੋਂ ਤੇ ਅੱਜ ਤੱਕ ਹਜੇ ਤੱਕ ਕੋਈ ਇਜਾਫਾ ਨਹੀਂ। ਤੁਹਾਨੂੰ ਘੁੰਮਣ ਸਾਹਿਬ ਇਹ ਲੱਗਦਾ ਹੈ ਕਿ ਵਾਕਈ ਪਹਿਲਾਂ 2016 ਚ ਜੋ ਕੁਝ ਹੋ ਚੁੱਕਿਆ ਹੈ ਕਿ ਉਹ ਰਿਪੀਟ ਨਾ ਹੋ ਜਾਵੇ ਕਿਤੇ? ਦੇਖੋ ਕਲੀਅਰ ਗੱਲ ਹੈ, ਅਸੀਂ ਤਾਂ ਜਦੋਂ ਇਹ ਧਮਕੀ ਦਿੰਦੇ ਨੇ, ਅਸੀਂ ਤਾਂ ਕਿਉਂਕਿ ਬੀਇੰਗ ਏ ਕੌਂਸਲ ਦੇਖੋ ਅਸੀਂ ਲੀਗਲੀ ਦੇਖਣਾ ਹੈ, ਅਸੀਂ ਤਾਂ ਹਰ ਵਾਰੀ ਦੇਖੋ ਅਸੀਂ ਉਦੋਂ ਵੀ ਜਦੋਂ 20 ਫਰਵਰੀ ਨੂੰ ਕੀਤਾ, ਉਸ ਤੋਂ ਪਹਿਲਾਂ ਵੀ ਅਸੀਂ CP ਸਾਹਿਬ ਨੂੰ ਪਰਸਨਲ ਮਿਲ ਕੇ ਆਏ, DCP ਸਾਹਿਬ ਨੂੰ ਮਿਲੇ ਲੁਧਿਆਣੇ, ਕਿਉਂਕਿ ਉਹ ਟ੍ਰਾਇਲ ਚੱਲ ਰਿਹਾ ਉਸੇ ਕੇਸ ਦਾ ਜਿਹੜਾ ਪਹਿਲਾਂ ਬਰੂਟਲ ਮਰਡਰ ਹੋਇਆ ਸੀ, ਉਹਦੇ ਵਿੱਚ ਵੀ ਅਸੀਂ ਦੱਸਿਆ ਜੀ ਕਿ ਕਾਈਂਡਲੀ ਤੁਸੀਂ ਇਹਨੂੰ ਦੇਖ ਲਓ, ਇਹਦੇ ਵਿੱਚ ਜਦੋਂ ਮਰਡਰ ਟ੍ਰਾਇਲ ਦੇ ਵਿੱਚ ਗਵਾਹ ਲੈ ਕੇ ਆਉਣੇ ਨੇ, ਹੁਣ ਗਵਾਹੀਆਂ ਹੋਣੀਆਂ ਨੇ, ਇਹਦਾ ਜਿਹੜਾ ਸਿਕਿਉਰਿਟੀ ਦਾ ਸਿਸਟਮ ਹੈ ਉਹ ਸਾਰਾ ਠੀਕ ਕਰੋ। ਸੋ ਅਸੀਂ ਟਾਈਮ ਟੂ ਟਾਈਮ ਅਸੀਂ ਦੇ ਜ਼ਰੂਰ ਰਹੇ ਹਾਂ ਰਿਪਰੈਜ਼ੈਂਟੇਸ਼ਨਸ, ਕਈ ਇਸ਼ੂਜ਼ ਨੇ। ਦੇਖੋ ਹੁਣ ਜਿਹੜੀ ਏਜੰਸੀ ਜਿਹੜੀ ਸਾਡੀ ਪੰਜਾਬ ਪੁਲਿਸ ਦੇ ਕੋਲ ਹੈ, ਅਵੇਲੇਬਿਲਟੀ ਹੈ ਜਿਹੜੀ, ਨੋ ਡਾਊਟ ਪੰਜਾਬ ਪੁਲਿਸ ਜਿਹੜੀ ਪਟਿਆਲਾ ਪੁਲਿਸ ਉਹ ਲਗਾ ਰੱਖੀ ਹੈ ਵਿਦ ਵੈਪਨਸ ਨੇ। ਹੁਣ ਜਿਹੜੇ 22 ਸੀਗੇ ਸਾਡੇ ਕੋਲ ਪਹਿਲਾਂ ਸੀਗੇ ਜਿਹੜੇ ਜਵਾਨ ਕੰਮ ਕਰ ਰਹੇ ਸੀ, 22 ਦੇ ਵਿੱਚੋਂ ਕੋਵਿਡ ਦੇ ਵਿੱਚ 6-7 ਚਲੇ ਗਏ, 12-13 ਜਣੇ ਰਹਿ ਗਏ ਨੇ, 2-3 ਜਣੇ ਬਾਹਰ ਗੇਟ ਤੇ ਹੁੰਦੇ ਨੇ। ਸੋ ਸ਼ਿਫਟ ਵਾਈਜ਼ ਅਸੀਂ ਇਹ ਨਹੀਂ ਕਹਿੰਦੇ ਕਿ ਦੇਖੋ ਬਾਬਾ ਜੀ ਦਾ ਬੜਾ ਲੀਨੀਅੰਟ ਵਿਊ ਹੈ, ਸ਼ਿਫਟ ਵਾਈਜ਼ ਕੰਮ ਕਰਨਾ ਜੀ ਕਿ 8-8 ਘੰਟੇ ਜਿੱਦਾਂ ਉਹਨਾਂ ਨੇ ਕੰਮ ਤੁਹਾਨੂੰ ਲੱਗਦਾ ਕਿ ਸਫੀਸ਼ੀਐਂਟ ਨਹੀਂ ਹੈਗੀ? ਨਹੀਂ, ਸਫੀਸ਼ੀਐਂਟ ਨਹੀਂ ਹੈਗੀ, ਵੈਪਨਸ ਇਫੈਕਟਿਵ ਨਹੀਂ ਹੈਗੇ, ਔਰ ਅਸੀਂ ਇਹ ਚੀਜ਼ ਦੀ ਮੰਗ ਕਰਦੇ ਹਾਂ। ਦੇਖੋ ਕਿ ਜੋ ਅੱਜ ਦੇ ਹਾਲਾਤ ਨੇ, ਇੰਟੈਲੀਜੈਂਸ ਕਲੀਅਰ ਕੱਟ ਕਹਿ ਰਿਹਾ ਹੈ, ਔਰ ਦੇਖੋ ਇਹ ਜਿਹੜੇ ਆਹ ਮਹੀਨੇ ਆਉਂਦੇ ਨੇ, ਮੈਂ ਕਹਿਣਾ ਨਹੀਂ ਚਾਹੁੰਦਾ ਮਈ ਜਾਂ ਜੂਨ, ਆ ਜਿਹੜਾ ਟਾਈਮ ਆ ਗਿਆ, ਇੱਥੇ ਆ ਕੇ ਹਮੇਸ਼ਾ ਹੀ ਕੁਛ ਨਾ ਕੁਛ ਜਿਹੜਾ ਹੈਗਾ ਉਹ ਹੁੰਦਾ ਹੈ। ਸੋ ਸਾਡੀ ਜਿਹੜੀ ਦੇਖੋ ਅੱਜ ਦੀ ਮੰਗ ਹੈ ਰਿਪਰੈਜ਼ੈਂਟੇਸ਼ਨ, DGP ਸਾਹਿਬ ਨੂੰ ਕੱਲ ਅਸੀਂ ਮਿਲਣ ਜਾ ਰਹੇ ਹਾਂ, ADGP ਸਾਹਿਬ ਨੂੰ ਮਿਲਣਾ ਹੈ, ਅਸੀਂ ਟਾਈਮ CM ਸਾਹਿਬ ਤੋਂ ਵੀ ਲੈਣਾ ਹੈ। ਅਲਟੀਮੇਟਲੀ ਅਸੀਂ ਸਾਰਿਆਂ ਨੂੰ ਰਿਪਰੈਜ਼ੈਂਟੇਸ਼ਨਸ ਦੇ ਕੇ ਸਾਡੀ ਮੁੱਖ ਮੰਗ ਇਹ ਹੈ ਕਿ ਕਾਈਂਡਲੀ ਇਹਨੂੰ ਤੁਸੀਂ ਜਿਹੜਾ ਹੈਗਾ ਸੀਰੀਅਸਲੀ ਲੈ ਲਓ, ਕਿਉਂਕਿ ਇਹ ਜਿਹੜੀ ਦੇਖੋ ਇੱਥੇ ਕੋਈ ਵੀ ਅਟੈਕ ਜੇਕਰ ਹੁੰਦਾ, ਦੇਖੋ ਇੰਟੈਲੀਜੈਂਸ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਔਰ ਉਹ ਇੰਟੈਲੀਜੈਂਸ ਤੋਂ ਉੱਪਰ ਉੱਠ ਕੇ ਵੀ ਦੇਖੋ ਸਿੱਧੇ ਤੌਰ ਤੇ ਧਮਕੀਆਂ ਆ ਰਹੀਆਂ ਨੇ। ਆ ਤੁਹਾਨੂੰ ਮੈਂ ਦੱਸਿਆ ਬਲਦੇਵ ਸਿੰਘ ਦੀ ਬ੍ਰਦਰ ਪਹਿਲਾਂ ਦੱਸ ਕੇ ਬੈਠੇ ਨੇ, ਪਹਿਲਾਂ ਨਿਹੰਗ ਸਿੰਘ ਕਹਿ ਗਏ, ਅਜਨਾਲ ਯਾਰੀ ਕਹਿ ਗਏ। ਸੋ ਬੜੀਆਂ ਸਾਡੇ ਕੋਲ ਇਦਾਂ ਦੀਆਂ, ਸਾਡੇ ਕੋਲ ਤਾਂ ਰੈਗੂਲਰ ਰਿਪਰੈਜ਼ੈਂਟੇਸ਼ਨਸ ਦੇ ਰਹੇ ਹਾਂ, ਠੀਕ ਹੈ। ਹੁਣ ਅਸੀਂ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਲਿਖਿਆ ਹੈ,
ਅਸੀਂ ਚੀਫ ਜਸਟਿਸ ਸਾਹਿਬ ਨੂੰ ਵੀ ਲਿਖ ਕੇ ਆਏ ਆ, ਸਾਰਾ ਕੁਝ ਦੇਖ ਕੇ ਆਏ ਆ। ਸੋ ਅਸੀਂ ਇਸੇ ਚੀਜ਼ ਦਾ ਸਾਡੀ ਮੇਨ ਗੱਲ ਹੈਗੀ ਕਿ ਕਾਈਂਡਲੀ ਇਹਨਾਂ ਦੀ ਜਿਹੜੀ ਸਿਕਿਉਰਿਟੀ ਹੈ, ਉਹਨਾਂ ਦੇ ਜਿਹੜੇ ਬੇਸਿਕ ਮੈਜ਼ਰਮੈਂਟਸ ਨੇ, ਕ੍ਰਾਈਟੇਰੀਆ ਹੈ, ਉਹ ਤੁਸੀਂ ਕਾਈਂਡਲੀ ਇਹਨੂੰ ਕਿਸੇ ਕੈਟਾਗਰੀ ਦੇ ਵਿੱਚ ਕਰ ਦਿਓ, ਤਾਂ ਕਿ ਕੱਲ ਨੂੰ ਜੇਕਰ ਦੇਖੋ ਅਸੀਂ ਇਹ ਚੀਜ਼ ਨੂੰ ਡਿਨਾਈ ਆਪਾਂ ਇਗਨੋਰ ਕਰ ਦਈਏ। ਦੇਖੋ ਅਸੀਂ ਪਹਿਲਾਂ ਇਸ ਚੀਜ਼ ਦੇ ਵਿੱਚ ਅਸੀਂ ਖੁੱਲ ਖਾ ਚੁੱਕੇ ਹਾਂ। ਸਾਡੇ ਸਿੰਘ ਸਾਹਿਬ ਸੀਗੇ ਬੜੇ ਰਿਸਪੈਕਟੇ ਭਾਈ ਭੁਪਿੰਦਰ ਸਿੰਘ, ਉਹਨਾਂ ਦੇ ਛੋਟੇ ਛੋਟੇ 2 ਬੱਚੇ ਨੇ, ਭਾਈ ਸਾਹਿਬ ਨੇ ਬੜੀ ਵਾਰੀ ਦੱਸਿਆ ਹਨਾ, ਉਹਨਾਂ ਦੀ ਗੋਲੀ ਵੱਜ ਗਈ। ਬਾਕੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਨਾ, ਉਹਦਾ ਮਰਡਰ ਟ੍ਰਾਇਲ ਚੱਲੀ ਜਾਂਦਾ। ਸੋ ਇਹ ਬੜਾ ਕੇਸ ਵੀ ਬੜਾ ਕ੍ਰੂਸ਼ੀਅਲ ਸੈਂਸਿਟਿਵ ਹੈ। ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਥੋੜੀ ਜੀ ਰਣਬੀਰ ਜੀ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਦੋਂ ਲੁਧਿਆਣੇ ਛਬੀਲ ਮੈਟਰ ਹੋਇਆ ਜੀ, ਉਸ ਕੇਸ ਦੇ ਵਿੱਚ ਐਸ ਪਰ ਦੀ FIR 35 ਤੋਂ 40 ਬੰਦਿਆਂ ਨੇ ਉਹ ਅਟੈਕ ਕੀਤਾ ਸੀ, ਜਦੋਂ ਕਿ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੇ ਹੁਣ ਤੱਕ ਤੁਸੀਂ ਇਹ ਗੱਲ ਕਹਿ ਲਓ ਕਿ ਸਿਰਫ 14 ਬੰਦੇ ਇਹਨਾਂ ਨੇ ਅਰੈਸਟ ਕੀਤੇ ਉਸ ਕੇਸ 'ਚ। 5 ਬੰਦੇ ਜਿਨ੍ਹਾਂ 'ਚ ਜਸਪਾਲ ਸਿੰਘ ਸਿੱਧੂ, ਹਰਭਜਨ ਸਿੰਘ ਸੰਧੂ, ਇੱਕ ਮੇਟ ਸਿੰਘ ਮੋਰਾਂ ਵਾਲੀ, ਇੱਕ ਭਾਈ ਅਮਰਜੀਤ ਸਿੰਘ ਰੰਧਾਵਾ, ਇੱਕ ਦਲਬੀਰ ਸਿੰਘ ਖਾਲਸਾ। ਇਹ ਬੰਦੇ ਅਸੀਂ 193 319 ਸਮਨਿੰਗ ਐਪਲੀਕੇਸ਼ਨ ਮੈਂ ਤੇ ਬ੍ਰਦਰ ਨੇ ਕੋਰਟ 'ਚ ਪਾ ਕੇ ਅਸੀਂ ਇਹ ਬੰਦੇ ਅਸੀਂ ਵਿੱਚ ਨਾਮਜ਼ਦ ਕਰਵਾਏ। ਸਾਡੇ ਲਈ ਮਤਲਬ ਜੋ ਸਾਨੂੰ ਅਸੀਂ ਪ੍ਰੋਬਲਮ ਫੇਸ ਕਰ ਰਹੇ ਹਾਂ, ਇਹ ਸਾਰੀ ਉਦੋਂ ਨਿਊਜ਼ਪੇਪਰ ਵਾਲਿਆਂ ਨੇ ਵੀ ਇਹ ਚੀਜ਼ ਸਾਰੀ ਕਵਰ ਕੀਤੀ ਸੀ, ਇੰਟੈਲੀਜੈਂਸ ਵਾਲਿਆਂ ਨੇ ਵੀ ਰਿਪੋਰਟ ਦਿੱਤੀ ਸੀ ਕਿ ਜਿਹੜਾ ਬਾਬਾ ਜੀ ਤੇ 17 ਮਈ ਨੂੰ ਲੁਧਿਆਣੇ ਛਬੀਲ ਕੇਸ ਬਣਿਆ ਸੀ, ਉਹਦਾ ਸਾਰੀ ਜਿਹੜੀ ਰੰਜਿਸ਼ ਰਚੀ ਗਈ ਸੀ, ਇਹ ਸਾਰੇ ਬੰਦੇ ਬੰਬੇ ਬੇਸਡ ਮੁਲੰਦ ਏਰੀਆ ਦੇ ਬੰਦੇ ਨੇ। ਸੋ ਅਸੀਂ ਬਾਰ-ਬਾਰ ਤੁਸੀਂ ਕਹ ਲਓ ਵੀ ਅਸੀਂ DGP ਜਿਹੜੇ ਆਪਣੇ ਪਹਿਲਾਂ ਸੀਗੇ ਅਰੋੜਾ ਸਾਹਿਬ ਜਾਂ ਹੁਣ ਜਿਹੜੇ ਦਿਨਕਰ ਗੁਪਤਾ ਸਾਹਿਬ ਨੇ ਜਾਂ ਕਮਿਸ਼ਨਰ ਪੁਲਿਸ ਨੂੰ ਅਸੀਂ ਲੁਧਿਆਣੇ ਨੂੰ ਅਸੀਂ ਘੱਟੋ ਘੱਟ ਕਾਫੀ ਰਿਪਰੈਜ਼ੈਂਟੇਸ਼ਨ ਲੱਗਦਾ ਹੈ ਵੀ ਹੁਣ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਨਾਂ ਗੱਲਾਂ ਨੂੰ ਜੀ। ਅਸੀਂ ਇਹ ਮੈਂ ਕਹਿਣੀ ਚਾਹੁੰਦਾ ਕਿ ਅਸੀਂ ਇਹ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਕਿ ਇਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ। ਮੈਂ ਗੱਲ ਕਹਿਣੀ ਚਾਹੁੰਦਾ ਕਿ ਸਿਰਫ 14 ਬੰਦੇ ਹਜੇ ਤੱਕ ਪੁਲਿਸ ਦੀ ਪਕੜ 'ਚ ਆਏ ਨੇ, ਜਿਹੜੇ ਬੰਦੇ ਪੁਲਿਸ ਨੇ ਨਾਮਜ਼ਦ ਕੀਤੇ ਨੇ, ਇਹ ਜਸਪਾਲ ਸਿੱਧੂ ਵਗੈਰਾ, ਹਜੇ ਤੱਕ ਇਹ ਬੰਦੇ ਵੀ ਪੁਲਿਸ ਦੀ ਪਕੜ ਦੇ ਵਿੱਚ ਨਹੀਂ ਆਏ। ਇੱਕ ਚੀਜ਼ ਹੋਰ ਹੈ ਰਣਬੀਰ ਜੀ ਦੇਖਣ ਵਾਲੀ ਗੱਲ, ਨਾਰਮਲ ਕੇਸਿਸ 'ਚ ਕੀ ਹੁੰਦਾ ਹੈ, ਕੋਈ ਬੰਦਾ ਸਟਿਲ ਐਟ ਲਾਰਜ ਐਬਸਕੌਂਡ ਹੈ, ਜੇਕਰ ਨਹੀਂ ਪੁਲਿਸ ਦੀ ਪਕੜ 'ਚ ਆਇਆ ਤਾਂ ਆਫਟਰ ਦੀ ਪੀਰੀਅਡ ਆਫ 90 ਡੇਜ਼ ਉਹਨੂੰ PO ਡਿਕਲੇਅਰ ਕਰ ਦਿੱਤਾ ਜਾਂਦਾ ਹੈ। ਦੇਖੋ ਨਾ ਅੱਜ ਤੱਕ ਉਹਨਾਂ 'ਚੋਂ ਕਿਸੇ ਨੂੰ PO, ਹਾਈ ਕੋਰਟ ਉਹਨਾਂ ਨੇ ਬੇਲਾਂ ਲਾਈਆਂ, ਅਸੀਂ ਡਿਸਮਿਸ ਕਰਾਈਆਂ, ਸੁਪਰੀਮ ਕੋਰਟ ਬੇਲਾਂ ਲਾਈਆਂ, ਡਿਸਮਿਸ ਕਰਾਈਆਂ, ਸੈਸ਼ਨ ਕੋਰਟ ਬੇਲਾਂ ਲਾਈਆਂ, ਉਹਨਾਂ ਨੂੰ ਐਂਟੀਸਪੇਟਰੀ ਬੇਲ ਨਹੀਂ ਮਿਲੀ, ਹਜੇ ਤੱਕ ਉਹਨਾਂ ਨੇ ਸਰੈਂਡਰ ਨਹੀਂ ਕੀਤਾ। ਪੁਲਿਸ ਨੇ ਉਹਨਾਂ ਨੂੰ ਹਜੇ ਤੱਕ ਉਹਨਾਂ ਨੂੰ PO ਡਿਕਲੇਅਰ ਨਹੀਂ ਕੀਤਾ। 5-4 ਸਾਲ ਨਿਕਲ ਗਏ ਨੇ। ਦੇਖੋ ਇਹ ਕੋਈ ਬਰੂਟਲ ਮਰਡਰ ਕੇਸ ਸੀ, ਇਹ ਕੋਈ ਐਦਾਂ ਦਾ ਮਰਡਰ ਕੇਸ ਨਹੀਂ ਸੀਗਾ ਕਿ ਜਿੱਦਾਂ ਇਗਨੋਰ ਕਰ ਦੋ ਕਿਸੇ ਨੂੰ। ਜਦੋਂ ਤੁਸੀਂ ਪੁਲਿਸ ਨੇ ਉਹਨਾਂ ਨੂੰ ਨੋਮੀਨੇਟ ਕਰਤਾ, ਦੇਖੋ ਇੱਕ ਪਾਸੇ ਤੁਸੀਂ ਨੋਮੀਨੇਟ ਕਰਤਾ ਹੈ, ਸੋ ਇਹ ਉਹ ਦੇਖੋ ਹਜੇ ਤੱਕ ਉਹ ਸਟਿਲ ਐਟ PO ਤਾਂ ਘੱਟੋ ਘੱਟ ਡਿਕਲੇਅਰ ਕਰਨਾ ਚਾਹੀਦਾ ਸੀ। ਮੈਂ ਹੁਣ ਇੱਥੇ ਆ ਕੇ ਦੇਖੋ ਸਿਕਿਉਰਿਟੀ ਦੇ ਮੈਟਰ ਤੇ ਆ ਰਿਹਾ, ਉਹ 4-5 ਜਿਹੜੇ ਵਿਅਕਤੀਆਂ ਦੇ ਅਸੀਂ ਨਾਮ ਲੈ ਰਹੇ ਹਾਂ, ਹਰਭਜਨ ਸਿੰਘ ਤੇ ਮੇਹਰ ਸਿੰਘ ਨੂੰ ਛੱਡ ਕੇ, ਜਿਵੇਂ ਉਹ ਦਲਬੀਰ ਸਿੰਘ ਖਾਲਸਾ, ਅਮਰਜੀਤ ਸਿੰਘ ਖਾਲਸਾ ਔਰ ਰੰਧਾਵਾ, ਉਹਨਾਂ ਦੇ ਨਾਲ ਜਿਹੜਾ ਜਸਪਾਲ ਸਿੰਘ ਸਿੱਧੂ ਇਹ ਮਲੰਦ ਏਰੀਏ ਦੇ ਨੇ ਜੀ। ਇਹ ਨੋ ਡਾਊਟ ਪੁਲਿਸ ਨੇ 2-3 ਵਾਰੀ ਅਟੈਂਪਟ ਕੀਤੀ, ਉਹਨਾਂ ਨੂੰ ਰੇਡ ਕੀਤੀ, ਉਹ ਬੰਬੇ ਏਰੀਆ 'ਚ ਨਹੀਂ ਮਿਲੇ, ਪਰ ਉਹ ਇੱਕ ਬੜੀ ਵੱਡੀ, ਜਦੋਂ ਤੱਕ ਉਹ ਫੜੇ ਨਹੀਂ ਜਾਂਦੇ, ਜਦੋਂ ਤੱਕ ਉਹ ਬੰਦੇ ਹਜੇ ਤੱਕ ਅਰੈਸਟ ਨਹੀਂ ਹੋਏ, ਉਦੋਂ ਦੇਖੋ ਅਸੀਂ ਤਾਂ ਇਹ ਆਸ ਕਰਦੇ ਹਾਂ ਵੀ ਜੇ ਉਹ ਅਰੈਸਟ ਹੋਣ ਤੇ ਜਿਹੜਾ ਉਹ 16-17 ਮਈ ਦਾ ਵਾਕਿਆ ਸੀਗਾ ਉਹਦੇ 'ਚ ਕਿਹੜੇ-ਕਿਹੜੇ ਬੰਦੇ ਨੇ, ਕਿਹੜੇ ਕਹਿਣ ਤੇ ਕੀਤਾ, ਉਹਨਾਂ ਦਾ ਬਕਾਇਦਾ ਪੁਲਿਸ ਰਿਮਾਂਡ ਆਵੇ, ਕਿੱਥੋਂ ਤੱਕ ਕਿਹੜੇ ਬੰਦੇ ਨੇ, ਅਸੀਂ ਤਾਂ ਇਹ ਆਸ ਕਰਦੇ ਹਾਂ, ਪਰ ਉਹ ਹਜੇ ਤੱਕ ਫੜੇ ਨਹੀਂ ਗਏ। ਇਹਦੇ ਵਿੱਚ ਸਵਾਲ ਸੀਗਾ, ਠੀਕ ਹੈ ਘੁੰਮਣ ਸਾਹਿਬ, ਇੱਕ ਸਵਾਲ ਸੀਗਾ ਇਹਦੇ ਵਿੱਚ, ਜੇ ਇੰਟੈਲੀਜੈਂਸ ਬਿਊਰੋ ਕਹਿ ਰਿਹਾ ਹੈ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਨੇ ਜਾਂ ਕੁਝ ਗਤੀਵਿਧੀਆਂ ਪਾਕਿਸਤਾਨ ਦੇ ਵਿੱਚ ISI ਹੈ ਦੀ ਚੱਲ ਰਹੀ ਹੈ, ਹੋਰ ਜਥੇਬੰਦੀਆਂ ਦੀ ਚੱਲ ਰਹੀ ਹੈ, ਤਾਂ ਆਪ ਹੀ ਪ੍ਰੋਵਾਈਡ ਕਰਨਾ ਚਾਹੀਦਾ, ਜਿਵੇਂ ਸੂ ਮੋਟੋ ਪਹਿਲਾਂ ਵੀ ਲਿਆ ਸਰਕਾਰ ਨੇ, ਹੁਣ ਵੀ ਸੂ ਮੋਟੋ ਲਿਆ ਜਾ ਸਕਦਾ ਹੈ। ਮੈਂ ਇੱਥੇ ਰਣਬੀਰ ਜੀ ਇੱਕ ਗੱਲ ਤੁਹਾਨੂੰ ਮੈਂ ਕਹਿਣੀ ਚਾਹੁੰਦਾ ਕਿ ਚਾਹੀਦਾ ਤਾਂ ਸਰਕਾਰਾਂ ਨੂੰ ਆਪ ਹੀ ਕਿ ਇਹ ਦੇਖੋ ਜਿਹੜੇ ਤੁਹਾਡੇ DGP ਇੰਟੈਲੀਜੈਂਸ ਲੱਗੇ ਨੇ, ਤੁਹਾਡੇ IGP ਇੰਟੈਲੀਜੈਂਸ ਲੱਗੇ ਨੇ, ਜੇਕਰ ਉਹਨਾਂ ਦੀ ਫਿਰ ਇੰਟੈਲੀਜੈਂਸ ਕਿੱਥੇ ਖੜੀ ਹੈ ਹਨਾ। ਇੱਕ ਚੀਜ਼ ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਇੱਕ ਚੀਜ਼ ਮੈਂ ਅੱਜ ਇੱਥੇ ਹੋਰ ਇੱਕ ਡਿਸਕਲੋਜ਼ ਕਰਨੀ ਚਾਹੁੰਦਾ, ਆਪਣੇ ਹਾਈ ਕੋਰਟ ਆਫਿਸ ਤੋਂ ਇੱਕ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਇਸ ਗਰੁੱਪ ਦੇ ਅਗੇਂਸਟ ਅਸੀਂ DGP ਸਾਹਿਬ ਨੂੰ ਐਡਰੈਸ ਕਰਕੇ ਉਹਦੇ ਤੇ ਅਸੀਂ ADGP IG ਵਗੈਰਾ ਨੂੰ ਅਸੀਂ ਕੱਢੀ ਕਿ ਇਹ ਕਾਫੀ ਲੋਕ ਨੇ ਜਿਹੜੇ ਦੂਸਰੇ ਗਰੁੱਪ ਨੂੰ ਬਿਲੋਂਗ ਕਰਦੇ ਨੇ, ਗਰਮ ਖਿਆਲੀਆਂ ਨੂੰ, ਬਘੇਲ ਸਿੰਘ ਕੁੱਤੇ ਖਾਣੀ ਵਗੈਰਾ, ਉਹਨਾਂ ਨੇ ਆਪਣੀਆਂ ਫੇਕ IDs ਵਗੈਰਾ ਮੈਨੂੰ ਨਹੀਂ ਪਤਾ ਉਹਨਾਂ ਨੇ ਬਣਾਈਆਂ ਸੀਗੀਆਂ। ਅਸੀਂ ਇੱਕ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਅਸੀਂ ਇਹਨਾਂ ਨੂੰ ਆਪਣੇ ਹਾਈ ਕੋਰਟ ਆਫਿਸ ਤੋਂ ਅਸੀਂ ਇਸ਼ੂ ਕੀਤੀ। ਬੜਾ ਸਰਪ੍ਰਾਈਜ਼ਿੰਗ ਫੈਕਟ ਸਾਡੇ ਸਾਹਮਣੇ ਆਫਟਰ 1 ਵੀਕ ਇਹ ਆਇਆ ਕਿ ਮੇਰੇ ਤੇ ਬ੍ਰਦਰ ਦੇ ਜਿਹੜਾ ਸਾਡਾ ਹਾਈ ਕੋਰਟ ਸਾਡੇ ਚੈਂਬਰ ਦਾ ਐਡਰੈਸ ਦੇ ਸਾਡੇ ਉਹ ਮਤਲਬ ਰਿਪਰੈਜ਼ੈਂਟੇਸ਼ਨ ਇਸ਼ੂ ਕੀਤੀ ਸੀ, ਉਹ ਲੈਟਰ ਪੈਡ ਤੁਸੀਂ ਕਹਿ ਲਓ ਕਿ ਐਜ਼ ਇਟ ਇਜ਼ DGP ਹੁਣ ਇਸ ਟਾਈਮ ਮੌਜੂਦਾ DGP ਨੇ, ਮੈਂ ਚਾਹੁੰਦਾ ਨਹੀਂ ਮੈਂ ਉਹਨਾਂ ਦਾ ਨਾਮ ਲੈਣਾ ਕਿਉਂਕਿ ਮੁੱਖ ਤਾਂ ਦਿਨਕਰ ਗੁਪਤਾ ਸਾਹਿਬ ਨੇ, ਇਸ ਟਾਈਮ ਉਹ ਵੀ DGP ਪੰਜਾਬ ਨੇ, ਉਹਨਾਂ ਦੇ ਆਫਿਸ ਦੇ ਵਿੱਚੋਂ ਸਾਡਾ ਲੈਟਰ ਪੈਡ, ਸਾਡੀ ਰਿਪਰੈਜ਼ੈਂਟੇਸ਼ਨ ਜਿਨ੍ਹਾਂ ਬੰਦਿਆਂ ਦੇ ਖਿਲਾਫ ਅਸੀਂ ਇਸ਼ੂ ਕੀਤੀ, ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਉਹ ਪੇਸਟ ਕੀਤੀ ਸੀ। ਚਲੇਗੀ ਉੱਥੋਂ ਕਿਸੇ ਤਰੀਕੇ ਨਾਲ। ਹੈਰਾਨੀ ਵਾਲਾ ਐਸਪੈਕਟ ਇੱਕ ਮੈਂ ਤਾਂ ਉਹਦੇ 'ਚ ਦੱਸਾਂ, ਜਿਹਦੇ ਤੇ ਉਸ ਸਮੇਂ ਦੇ ਜਿਹੜੇ ਸਾਡੇ DGP ਸਾਹਿਬ ਸੀਗੇ ਉਹਨਾਂ ਦੇ ਆਪਣੇ ਸਾਈਨ
ਏਡੀਜੀਪੀ ਦੇ ਸਾਈਨ ਔਰ ਉਸ ਤੋਂ ਇਲਾਵਾ ਥੱਲੇ ਤੱਕ ਜਿੰਨੇ ਉਹ ਬੰਦੇ ਜਿੰਨੇ ਥੱਲੇ ਮਾਰਕ ਕਰਦੇ ਨੇ ਉਸ ਓਰੀਜਨਲ ਸਾਈਨਾਂ ਦੇ ਥੱਲੇ ਸਾਡੇ ਦੋਵਾਂ ਉਹ ਕਿਵੇਂ ਪਹੁੰਚ ਗਈ ਤੁਹਾਨੂੰ ਕੀ ਲੱਗਦਾ ਕਿਵੇਂ ਉਹਦੇ ਆਫਿਸ ਦੇ ਵਿੱਚੋਂ ਕਿਵੇਂ ਪਹੁੰਚ ਗਈ ਫਿਰ ਮੈਂ ਇਹਦੇ ਚ ਰਣਬੀਰ ਜੀ ਮੈਂ ਤੁਹਾਨੂੰ ਇਹ ਗੱਲ ਇਹਦੇ ਚ ਮੈਂ ਦੱਸਣੀ ਚਾਹੁੰਦਾ ਕਿ ਉਹ ਕਿਵੇਂ ਚਲੇਗੀ ਕਿੰਨੇ ਉੱਥੋਂ ਲੀਕੇਜ ਕੀਤੀ ਦੇਖੋ ਹੋਈ ਤਾਂ ਉਹ ਡੀਜੀਪੀ ਆਫਿਸ ਤੋਂ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੀ ਤੁਹਾਡੇ ਐਂਟੀ ਪਾਰਟੀ ਹੈਗੀ ਉਹ ਬਹੁਤ ਪ੍ਰਭਾਵਸ਼ਾਲੀ ਹੈਗੀ ਹੈ ਪਾਵਰਫੁਲ ਹੈ ਬਹੁਤ ਉਹਦੇ ਵਿੱਚ ਇਸ਼ੂ ਇਹ ਸੀਗਾ ਜੀ ਦੇਖੋ ਮੈਂ ਤਾਂ ਇਹ ਕਹਿ ਹੀ ਸਕਦਾ ਦੇਖੋ 27 28 ਤਰੀਕ ਨੂੰ ਅਸੀਂ ਇਸ਼ੂ ਕਰ ਰਹੇ ਹਾਂ ਵਿਦ ਇਨ ਵੀਕ ਵੀ ਆਰ ਐਕਸਪੈਕਟਿੰਗ ਕਿ ਯਾਰ ਹਜੇ ਤਾਂ ਇਹਦਾ ਨੰਬਰ ਪਤਾ ਨਹੀਂ ਲੱਗਿਆ ਕਿ ਨਹੀਂ ਲੱਗਿਆ ਉਹਦੀਆਂ ਵਿਦ ਨੋਟਿੰਗਸ ਆਈਜੀ ਤੱਕ ਦੇ ਸਾਈਨ ਸਰ ਉਹਨਾਂ ਨੇ ਮੈਂ ਤਾਂ ਪੰਜਾਬੀ ਚ ਸਨ ਕਹੂੰਗਾ ਕਿ ਦਫ਼ਤਰ ਦੇ ਵਿੱਚ ਇਹਨਾਂ ਦੇ ਸਨ ਲੱਗੀ ਆਈ ਡੋਂਟ ਨੋ ਕੌਣ ਬੰਦਾ ਉੱਥੇ ਪਲਾਂਟ ਸੀਗਾ ਕਿੰਨੇ ਉਹਨਾਂ ਨੂੰ ਪਹੁੰਚਾਈ ਸੋ ਸਰ ਇਹ ਇੱਕ ਡੀਜੀਪੀ ਪੰਜਾਬ ਦੇ ਪੁਲਿਸ ਹੈੱਡਕੁਆਟਰ ਸੈਕਟਰ 9 ਦੇ ਵਿੱਚੋਂ ਜੇਕਰ ਉਹ ਚੀਜ਼ ਲੀਕ ਹੋਈ ਹੈ ਤਾਂ ਦੇਖੋ ਇਹ ਇੱਕ ਬੜੀ ਵੱਡੀ ਸਾਡੀ ਸਿਕਿਉਰਿਟੀ ਦੇ ਉੱਪਰ ਇੱਕ ਵੱਡਾ ਨਿਸ਼ਾਨੀ ਦੇਖੋ ਮੈਂ ਡੀਜੀਪੀ ਸਾਹਿਬ ਨੂੰ ਪਰਸਨਲ ਟਾਈਮ ਲਿਆ ਮੈਂ ਕਿਹਾ ਡੀਜੀਪੀ ਸਾਹਿਬ ਇਹ ਤੁਹਾਡੇ ਆਫਿਸ 'ਚੋਂ ਹੋਈ ਏ ਇਹ ਭਾਈ ਸਾਹਿਬ ਦੇ ਬਾਰੇ ਗਲਤ ਸ਼ਬਦਾਵਲੀ ਇਹ ਬੰਦੇ ਯੂਜ਼ ਕਰਦੇ ਸੀ ਕੁਝ ਗਲਤ ਬੋਲਦੇ ਸੀਗੇ ਗਲਤ ਲਿਖਦੇ ਸੀਗੇ ਉਹਦੇ ਵਿੱਚ ਕੋਈ 8 10 15 ਬੰਦੇ ਸੀਗੇ ਅਸੀਂ ਸਾਰਿਆਂ ਦਾ ਲਾਇਆ ਚਲੋ ਅਸੀਂ ਫਿਰ ਉਸੇ ਮੈਟਰ ਤੇ ਆਈਏ ਕਿ ਤੁਹਾਡੇ ਕੋਲੇ ਇਹ ਜਿਹੜੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਜਿੰਨੀ ਆਈਬੀ ਦਾ ਅਲਰਟ ਦੀ ਗੱਲ ਹੈ ਇਨਪੁਟ ਦੀ ਗੱਲ ਹੈ ਜਾਂ ਹੋਰ ਧਮਕੀਆਂ ਦੀ ਗੱਲ ਹੈ ਇਹ ਸਾਰਿਆਂ ਦੇ ਸਬੂਤ ਮੌਜੂਦ ਨੇ ਬਿਲਕੁਲ ਜੀ ਇੱਕ ਸਾਡੇ ਕੋਲ ਇੱਕ ਫੈਕਟਸ ਐਂਡ ਫਿਗਰਸ ਦੇ ਨਾਲ ਕੱਲੀ ਲਿਸਟ ਆਫ ਡੇਟਸ ਐਂਡ ਇਵੈਂਟਸ ਦੇ ਨਾਲ ਪੂਰਾ ਸੀਕੁਐਂਸ ਸਾਡੇ ਕੋਲ ਹੈ ਹਰ ਚੀਜ਼ ਜਿਹੜੀ ਸਾਡੇ ਕੋਲ ਪ੍ਰੋਪਰ ਸਾਡੇ ਕੋਲ ਸਰ ਫਾਈਲ ਹੈ ਸੋ ਇਹਦੇ ਵਿੱਚ ਅਸੀਂ ਅਲੱਗ-ਅਲੱਗ ਟਾਈਮ ਦੇ ਉੱਪਰ ਡੀਜੀਪੀ ਪੰਜਾਬ ਨੂੰ ਹੋਮ ਸਕੱਤਰ ਨੂੰ ਹਰ ਜਿਹੜੀ ਹੈਗੀ ਹੈ ਜੋ ਦਿੱਤੀ ਹੈ ਸੋ ਅਸੀਂ ਤਾਂ ਦੇਖੋ ਇੱਕ ਸੀਕੁਐਂਸ ਦਿੱਤਾ ਹੈ ਪਰ ਦੇਖੋ ਅਸੀਂ ਕੀ ਕਰਦੇ ਹਾਂ ਜਿੱਦਾਂ ਅਸੀਂ ਅੱਜ ਇੱਕ ਰਿਪਰੈਜ਼ੈਂਟੇਸ਼ਨ ਦੇਤੀ ਵੀ ਆਹ ਬਾਬਾ ਜੀ ਨੂੰ ਭਾਈ ਸਾਹਿਬ ਨੂੰ ਖਤਰਾ ਹੈ ਭਾਈ ਸਾਹਿਬ ਨੂੰ ਖਤਰਾ ਹੈ ਦੇਖੋ ਸਾਨੂੰ ਭਾਈ ਸਾਹਿਬ ਨੇ 2-3 ਵਾਰੀ ਹਨਾ ਉਹਨਾਂ ਨੇ ਵਿਚਾਰਿਆਂ ਨੇ ਹਰ ਵਾਰੀ ਇਹ ਕਿਹਾ ਕਿ ਯਾਰ ਮੈਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਮੈਂ ਲਾਈਕ ਨਹੀਂ ਕਰਦਾ ਕਿਉਂਕਿ ਅਸੀਂ ਦੇਖਿਆ ਕਿ ਜਦੋਂ ਦੀਵਾਨ ਲੱਗਣੇ ਸੀਗਾ ਲਾਸਟ ਜਦੋਂ ਦੀਵਾਨ ਲੱਗਿਆ ਜਿਹੜਾ ਹੁਣ ਤੱਕ ਬਾਅਦ ਵਿੱਚ ਤਾਂ ਬੰਦ ਹੀ ਹੋ ਗਏ ਉਦੋਂ ਕਾਫੀ ਮੁਸ਼ਕਿਲ ਦੇ ਨਾਲ ਉੱਥੇ ਲਿਜਾਇਆ ਗਿਆ ਸਿਕਿਉਰਿਟੀ ਕਾਫੀ ਦਿੱਤੀ ਗਈ ਜਾਂ ਰਸਤੇ ਦੇ ਵਿੱਚ ਜਿਵੇਂ ਜਿਹੜੇ ਹੋਰ ਭਾਈ ਅਜਨਾਲਾ ਜਾਂ ਹੋਰ ਸੰਗਤਾਂ ਉੱਥੇ ਪਹੁੰਚੀਆਂ ਉੱਥੇ ਕਾਫੀ ਕੁਝ ਹੋਇਆ ਹੁਣ ਤਾਂ ਚਲੋ ਦੀਵਾਨ ਬੰਦ ਨੇ ਇਸ ਵੇਲੇ ਦੇਖੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਪਹਿਲਾਂ ਤੁਸੀਂ ਧਮਕੀਆਂ ਦਿੰਦੇ ਹੋ ਫਿਰ ਤੁਸੀਂ ਧਮਕੀਆਂ ਨਹੀਂ ਦਿੰਦੇ ਫਿਰ ਤੁਸੀਂ ਉਹਨੂੰ ਅੰਜਾਮ ਵੀ ਦਿੰਦੇ ਹੋ ਅੰਜਾਮ ਤੋਂ ਬਾਅਦ ਜਦੋਂ ਸਰਕਾਰ ਨੇ ਉਹ ਚੀਜ਼ ਤੁਹਾਨੂੰ ਦੇਤੀ ਕਿਸੇ ਨੇ ਮੰਗੀ ਨਹੀਂ ਭਾਈ ਸਾਹਿਬ ਨੇ ਕਦੀ ਅੱਜ ਤੱਕ ਕੋਈ ਰਿਪਰੈਜ਼ੈਂਟੇਸ਼ਨ ਕੋਈ ਉਹਨਾਂ ਨੇ ਸਾਨੂੰ ਅੱਜ ਤੱਕ ਕਦੀ ਨਹੀਂ ਇਹ ਕਿਹਾ ਉਹ ਅਸੀਂ ਦੇਖਣਾ ਕਿਉਂਕਿ ਅਸੀਂ ਲੀਗਲੀ ਦੇਖਣਾ ਆਫੀਸਰਸ ਨੇ ਦੇਖਣਾ ਕਿਉਂਕਿ ਇੱਕ ਹੋਰ ਵੀ ਹੈ ਇੱਥੇ ਘੁੰਮਣ ਸਾਹਿਬ ਕਿਉਂਕਿ ਅਸੀਂ ਵੀ ਦੇਖਦੇ ਹਾਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਫਾਲੋਅਰਸ ਬਹੁਤ ਨੇ ਚਾਹੇ ਫੇਸਬੁੱਕ ਤੇ ਚਾਹੇ ਪਰਮੇਸ਼ਰ ਦੁਆਰ ਦੇ ਨਾਲ ਅਸੀਂ ਦੇਖਦੇ ਹਾਂ ਕਿ ਲੋਕ ਬਹੁਤ ਜੁੜੇ ਹੋਏ ਨੇ ਤੇ ਉਹਨਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਨੇ ਸਿੰਘ ਸਾਹਿਬ ਦੇ ਨਾਲ ਮੈਂ ਦੇਖੋ ਇੱਥੇ ਆ ਕੇ ਦੱਸਣੀ ਗੱਲ ਚਾਹੁੰਦਾ ਕਿ ਦੇਖੋ ਜਦੋਂ ਇਹ ਸਾਰਾ ਕੁਝ ਹੋਇਆ ਹੈ ਅਲਟੀਮੇਟਲੀ ਸਟੇਟ ਨੇ ਸਿਕਿਉਰਿਟੀ ਕਵਰ ਦੇਤਾ ਦੇਣਾ ਹੀ ਸੀਗਾ ਉਹਨਾਂ ਦੀ ਡਿਊਟੀ ਬਣਦੀ ਸੀਗੀ ਉਹ ਦੇਤਾ ਉਦੋਂ ਬਾਅਦ ਜਦੋਂ ਹੁਣ ਇਹ ਦੀਵਾਨਾਂ ਦੇ ਵਿੱਚ ਜਾਂਦੇ ਨੇ ਇੱਕ ਧਮਕੀਆਂ ਥ੍ਰੈਟ ਓਪਨ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਆਹ ਕਰ ਦਾਂਗੇ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਦੂਜੇ ਪਾਸੇ ਇਹੀ ਜਿਹੜੇ ਗਰੁੱਪ ਨੇ ਜੀ ਰੈਡੀਕਲ ਗਰੁੱਪਸ ਕਹਿ ਲਓ ਜਾਂ ਤੁਸੀਂ ਰਿਲੇਟਡ ਟੂ ਦਮਦਮੀ ਟਕਸਾਲ ਜਿਹੜੇ ਚੱਲ ਰਹੇ ਨੇ ਉਹ ਦੇਖੋ ਸਿਕਿਉਰਿਟੀ ਵੀ ਜੇ ਇਹ ਨੇ ਗਨਮੈਨ ਲਈ ਫਿਰਦੇ ਨੇ ਉਹ ਕਰਦੇ ਦੇਖੋ ਆਪਾਂ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿੰਦੇ ਆ ਬੜੀ ਸਹੀ ਤਰੀਕੇ ਦੇ ਨਾਲ ਆਪਣਾ ਜਿਹੜਾ ਓਪੀਨੀਅਨ ਉਹਨੂੰ ਰੱਖ ਰਹੇ ਆ ਸੋ ਅੱਜ ਜਿਹੜੀਆਂ ਇਹ ਧਮਕੀਆਂ ਇੰਟੈਲੀਜੈਂਸ ਦੀਆਂ ਆ ਰਹੀਆਂ ਨੇ ਇੰਟੈਲੀਜੈਂਸ ਨੂੰ ਰਿਪੋਰਟ ਆ ਰਹੀ ਹੈ ਧਮਕੀਆਂ ਤਾਂ ਸਿੱਧੀਆਂ ਦੇ ਰਹੇ ਨੇ ਹਨਾ ਸੋ ਉਹ ਸਾਰੇ ਅਸੀਂ ਅੱਜ ਜਿਹੜੀ ਡਿਟੇਲ ਇੱਕ ਰਿਪਰੈਜ਼ੈਂਟੇਸ਼ਨ ਦੇ ਕੇ ਆਇਆ ਮੈਂ ਉਹ ਤੁਹਾਨੂੰ ਕਾਪੀ ਜਿਹੜੀ ਹੈ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਅੱਜ ਜਿਹੜੀ ਪ੍ਰੋਵਾਈਡ ਚਲੋ ਇਹ ਮਸਲੇ ਨਾਲੋਂ ਵੱਖਰਾ ਥੋੜਾ ਜਿਹਾ ਹਟ ਕੇ ਸਵਾਲ ਹੈਗਾ ਕਿ ਬਹੁਤ ਸਾਰੇ ਲੋਕ ਸ਼ਾਇਦ ਇਸ ਗੱਲ ਤੇ ਵੀ ਸਵਾਲ ਕਰਨ ਕਿ ਜਨਮ ਮੌਤ ਪਰਮਾਤਮਾ ਦੇ ਹੱਥ ਹੁੰਦੀ ਹੈ ਤਾਂ ਸਿਕਿਉਰਿਟੀ ਕਿਉਂ ਮੰਗੀ ਜਾਂਦੀ ਹੈ ਇਹ ਵੀ ਸਵਾਲ ਕਰਦੇ ਨੇ ਕਿਉਂ ਜਦੋਂ ਕਿਤੇ ਗੱਲ ਟਲਦੀ ਹੈ ਦੇਖੋ ਅਸੀਂ ਬਾਬਾ ਜੀ ਦੇ ਵੱਲੋਂ ਜਿਹੜੀਆਂ ਥ੍ਰੈਟ ਦੀਆਂ ਗੱਲਾਂ ਨੇ ਦੇਖੋ ਹੁਣ ਧਮਕੀ ਦਿੰਦਾ ਹੈ ਕੋਈ ਬੰਦਾ ਸਿੱਧਾ ਜਾਣੋ ਅਸੀਂ ਉਹ ਜ਼ਰੂਰ ਸਰ ਅਸੀਂ ਇਸ਼ੂ ਕਰਦੇ ਹਾਂ ਆਪਣੇ ਬਿਹਾਫ ਦੇ ਉੱਪਰ ਕਿ ਆਹ ਚੀਜ਼ ਹੈ ਕਿਉਂਕਿ ਸਰਕਾਰ ਨੂੰ ਧਿਆਨ ਚ ਲਿਆਉਣਾ ਇਟਸ ਦੀ ਡਿਊਟੀ ਆਫ ਦੀ ਲਾਇਰ ਬੇਸਿਕਲੀ ਕਿਉਂਕਿ ਉਹਨਾਂ ਨੇ ਸਾਨੂੰ ਇਹ ਗੱਲ ਕਲੀਅਰ ਕੀਤੀ ਹੈ ਕਿ ਤੁਸੀਂ ਜਿਹੜਾ ਲੀਗਲ ਇਸ਼ੂਜ਼ ਨੇ ਦੇਖੋ ਅਸੀਂ ਅਪਰਾਈਜ਼ ਕਰਵਾਉਣਾ ਹੈ ਸੀਨੀਅਰ ਆਫੀਸਰਸ ਨੂੰ ਸੋ ਉਹਨਾਂ ਨੇ ਅੱਜ ਤੱਕ ਕੋਈ ਅਸੀਂ ਕਿਤੇ ਵੀ ਅਸੀਂ ਕੋਈ ਰਿਪਰੈਜ਼ੈਂਟੇਸ਼ਨ ਦੀ ਕਿਤੇ ਮੰਗ ਨਹੀਂ ਯਾਨੀ ਉਹਨਾਂ ਦੀ ਕੋਈ ਚਾਹ ਨਹੀਂ ਹੈਗੀ ਕਿ ਸਿਕਿਉਰਿਟੀ ਚੱਲੇ ਉਹਨਾਂ ਦੇ ਨਾਲ ਜਾਂ ਮਜਬੂਰੀ ਇੱਕ ਵਰਡ ਮਜਬੂਰੀ ਹੋ ਜਾਂਦਾ ਹੈ ਇਹ ਸਾਡੀ ਮਜਬੂਰੀ ਹੈ ਕਿ ਅਸੀਂ ਇਹ ਜਿਹੜੀ ਸਾਨੂੰ ਦੇਖੋ ਹੁਣ ਇਹਨੂੰ ਅਸੀਂ ਦੇਖ ਕੇ ਅਸੀਂ ਇਗਨੋਰ ਨਹੀਂ ਕਰ ਸਕਦੇ ਸਾਡੇ ਨਾਲ ਜੋ ਟਰਸਟ ਦੇ ਮੈਂਬਰ ਉਹਨਾਂ ਦੇ ਨਾਲ ਜਿੰਨਾ ਜਥਾ ਜੁੜਿਆ ਹੈ ਉਹ ਬੜਾ ਚਿੰਤਾ ਪਰਸੋਂ ਦੇ ਰਾਤ ਤੇ ਅਸੀਂ ਚਿੰਤਾ ਚ ਹਾਂ ਵੀ ਆਹ ਕੁਝ ਹੋ ਗਿਆ ਸੋ ਅੱਜ ਅਸੀਂ ਆਈਜੀ ਸਾਹਿਬ ਤੋਂ ਟਾਈਮ ਲਿਆ ਉਹਨਾਂ ਨੂੰ ਅਸੀਂ ਸਾਰਾ ਅੱਧਾ ਪੌਣਾ ਘੰਟਾ ਉਹਨਾਂ ਨੇ ਬੜਾ ਸਾਨੂੰ ਤੁਸੀਂ ਕਹਿ ਲਓ ਕਿ ਸਾਨੂੰ ਬੜਾ ਪੇਸ਼ੈਂਸਲੀ ਉਹਨਾਂ ਨੇ ਸਾਨੂੰ ਸੁਣਿਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਡੈਫੀਨੇਟਲੀ ਮੈਂ ਰეკਮੈਂਡ ਕਰਾਂਗਾ ਪਰ ਅਸੀਂ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਜੀ ਤੁਸੀਂ ਇੱਕ ਵਾਰੀ ਡੀਜੀਪੀ ਸਾਹਿਬ ਏਡੀਜੀਪੀ ਸਾਹਿਬ ਨੂੰ ਵੀ ਮਿਲੋ ਮੈਂ ਇੱਕ ਚੀਜ਼ ਰਣਬੀਰ ਜੀ ਤੁਹਾਡੇ ਚੈਨਲ ਦੇ ਥਰੂ ਮੈਂ ਕਹਿਣੀ ਚਾਹੁੰਦਾ
ਕਿ ਜਿਹੜੇ ਸਿਕਿਉਰਿਟੀ ਕਵਰ ਨੋਟਸ ਪ੍ਰੋਵਾਈਡ ਕੀਤੇ ਜਾਂਦੇ ਨੇ ਇਹ ਮੇਅਰਲੀ ਔਨ ਦੀ ਬੇਸਿਸ ਆਫ ਦੀ ਐਪਰੀਹੈਂਸ਼ਨ ਕਿ ਕਿਤੇ ਅਟੈਕ ਨਾ ਹੋ ਜਾਵੇ। ਹੁਣ ਦੇਖੋ ਤੁਸੀਂ ਜਿਹੜੇ ਭਾਵੇਂ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਜਾਂ ਜਿਹੜੇ ਸਾਡੇ ਮਿਨਿਸਟਰਸ ਨੇ ਜਾਂ ਜਿਹੜੇ ਸਾਡੇ ਪੁਲਿਸ ਆਫੀਸਰਸ ਨੇ ਜਾਂ ਜਿਹੜੇ ਕਾਫੀ ਲੋਕ ਨੇ ਜਿਨ੍ਹਾਂ ਨੂੰ ਸਿਕਿਉਰਿਟੀਜ਼ ਮਿਲੀਆਂ ਨੇ ਉਹਨਾਂ ਨੂੰ ਕੋਈ ਰੂਟੀਨ ਦੇ ਵਿੱਚ ਤਾਂ ਨਹੀਂ ਨਾ ਉਹਨਾਂ ਦੇ ਉੱਪਰ ਅਟੈਕ ਹੁੰਦਾ, ਇੱਕ ਐਪਰੀਹੈਂਸ਼ਨ ਹੁੰਦੀ ਹੈ। ਸੋ ਮੈਂ ਗੱਲ ਕਹਿਣਾ ਕਿ ਸਾਡੇ ਨਾਲ ਤਾਂ ਹਜੇ ਹੁਣੀ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਨਾਲ ਤਾਂ 2016 ਦੇ ਵਿੱਚ ਜੱਗ ਜਾ ਰਹੇ ਕਿ ਐਡਾ ਵੱਡਾ ਬਰੂਟਲ ਅਟੈਕ ਹੋਇਆ ਹਨਾ। ਸੋ ਇੱਥੇ ਆ ਕੇ ਸਾਡਾ ਸਿਰਫ ਮੈਂ ਇਹੀ ਚੀਜ਼ ਅਸੀਂ ਅੱਜ ਸਾਰੀ ਪੁੱਟ ਅਪ ਕੀਤੀ ਹੈ ਕਿ ਜੋ ਹੁਣ ਪ੍ਰੈਜ਼ੈਂਟ ਹਾਲਾਤ ਨੇ, ਜੋ ਪ੍ਰੈਜ਼ੈਂਟ ਸਿਨੈਰੀਓ ਬਣਿਆ ਹੈ, ਇੰਟੈਲੀਜੈਂਸ ਦੀ ਰਿਪੋਰਟਸ ਆ ਰਹੀਆਂ ਨੇ, ਇਨਪੁਟਸ ਆ ਰਹੇ ਨੇ, ਹੁਣ ਜੋ ਇਸ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਹੁਣ ਇਹਨਾਂ ਨੂੰ ਘੱਟੋ ਘੱਟ ਪੈਰਾ ਮਿਲਟਰੀ ਫੋਰਸਿਸ ਸਖਤ ਸੁਰੱਖਿਆ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਹੈ। ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਘੁੰਮਣ ਬ੍ਰਦਰਸ। ਸੋ ਤੁਸੀਂ ਸੁਣਿਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦੇ ਨਿੱਜੀ ਵਕੀਲ ਨੇ ਤੇ ਉਹਨਾਂ ਨੂੰ ਧਮਕੀਆਂ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਚਾਹੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋਣ, ਚਾਹੇ ਆਈਬੀ ਦੀ ਇਨਪੁਟ ਹੋਵੇ ਤੇ ਚਾਹੇ ਪਾਕਿਸਤਾਨ ਦੇ ਵਿੱਚ ਕੁਝ ਗਤੀਵਿਧੀਆਂ ਇਸ ਤਰ੍ਹਾਂ ਦੀਆਂ ਹੋਈਆਂ ਨੇ ਜਿਸ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤੇ ਮੰਗ ਇਹੀ ਹੈ ਕਿ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੀ ਕੁਝ ਇਸ ਤਰ੍ਹਾਂ ਦੇ ਪ੍ਰਬੰਧ ਕਰਦੀ ਹੈ। ਫਿਲਹਾਲ ਕੈਮਰਾਮੈਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।